ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਜੀਓ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰ ਰਾਇਆ। ਕਹੋ ਨਾਨਕ ਹਮ ਨੀਚ ਕਰਮਾ, ਸ਼ਰਨ ਪਰੇ ਕੀ ਰਾਖੋ ਸਰਮਾ। ਕਹੋ ਨਾਨਕ ਹਮ ਨੀਚ ਕਰਮਾ, ਸ਼ਰਨ ਪਰੇ ਕੀ ਰਾਖੋ ਸਰਮਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਜਿਨ੍ਹਾਂ ਦੀ ਅਪਾਰ ਬਖਸ਼ਿਸ਼ ਰਹਿਮਤ ਹੁੰਦੀ ਹੈ, ਆਪ ਸਾਰੇ ਮਾਈ ਭਾਈ ਤੇ ਜੋ ਰੋਜ਼ਾਨਾ ਅੰਮ੍ਰਿਤ ਵੇਲੇ ਜਾਗ ਕੇ ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਨਾਲ ਜੁੜ ਕੇ ਆਪਣੇ ਜੀਵਨ ਦੇ ਮਨੋਰਥ ਨੂੰ ਸਫਲਾ ਕਰ ਰਹੇ ਹੋ, ਅਤੀ ਭਾਗਾਂ ਵਾਲੇ ਹੋ। ਸਾਰਿਆਂ ਤੇ ਗੁਰੂ ਸਾਹਿਬ ਇਸੇ ਤਰ੍ਹਾਂ ਰਹਿਮਤ ਵਰਤਾਉਣ। ਆਓ ਚੱਲ ਰਹੀ ਲੜੀਵਾਰ ਸ੍ਰੀ ਜਪਜੀ ਸਾਹਿਬ ਜੀ ਦੀ ਵਿਚਾਰ, ਆਪ ਜੀ ਦੀ ਬਖਸ਼ਿਸ਼, ਸਤਿਗੁਰੂ ਦੀ ਰਹਿਮਤ ਦੇ ਸਦਕੇ ਵਿਚਾਰ ਕਰਨ ਦਾ ਯਤਨ ਕਰੀਏ। 21 ਪੌੜੀਆਂ ਤੱਕ ਵਿਚਾਰ ਸਤਿਗੁਰੂ ਨੇ ਮਿਹਰ ਭਰਿਆ ਹੱਥ ਰੱਖ ਕੇ ਲਈ ਹੈ। ਆਓ ਅੱਜ 22ਵੀਂ ਪੌੜੀ ਦੀ ਵਿਚਾਰ ਹੋਣੀ ਹੈ। ਸਾਰੇ ਮਾਈ ਭਾਈ ਆਪਣੀਆਂ ਮਨ ਬਿਰਤੀਆਂ ਨੂੰ ਇਕਾਗਰ ਕਰੀਏ ਔਰ ਸਤਿਗੁਰੂ ਦੇ ਚਰਨਾਂ ਵਿੱਚ ਹਾਜ਼ਰੀ ਲਾਉਂਦੇ ਹੋਏ ਇੱਕ ਵਾਰੀ ਰਸਨਾ ਨਾਲ ਸਾਰੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ। ਫੇਰ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ। ਪਾਤਾਲਾਂ ਪਾਤਾਲਕ, ਆਗਾਸਾਂ ਆਗਾਸ। ਓੜਕ ਓੜਕ ਭਾਲ ਥਕੇ, ਵੇਦ ਕਹਿਨ ਇੱਕ ਵਾਤ। ਸਭ ਤੋਂ ਪਹਿਲਾਂ ਇਸ ਦਾ ਉਚਾਰਨ ਆਪ ਜੀ ਧਿਆਨ ਨਾਲ ਸਰਵਨ ਕਰੋ। ਅਕਸਰ ਅਸੀਂ ਗਲਤੀ ਕਰਨੇ ਆ, ਪਤਾਲਾਂ ਪਾਤਾਲ ਕਹਿੰਦੇ ਹਾਂ। ਅਕਸ਼ਰ ਹੈ ਜਿਹੜਾ ਵਰਡ ਹੈ ਉਹ ਪਾਤਾਲਾਂ ਪਾਤਾਲ ਲੱਖ। ਇਹਨੂੰ ਪੜ੍ਹਨ ਵਕਤ ਧਿਆਨ ਦੇਣਾ ਹੈ। ਲੱਖ ਨੂੰ ਤੁਸੀਂ ਪਾਤਾਲਾਂ ਦੇ ਨਾਲ ਰੱਖਣਾ ਹੈ। ਪਾਤਾਲਾਂ ਪਾਤਾਲ ਲੱਖ, ਆਗਾਸਾਂ ਆਗਾਸ। ਲੱਖ ਜਿਹੜਾ ਅੱਖਰ ਹੈ ਉਹ ਦੇਲੀ ਦੀਪਕ ਹੈ। ਦੇਲੀ ਦੀਪਕ ਤੋਂ ਭਾਵ ਇਹ ਲੱਖ ਅੱਖਰ ਪਾਤਾਲ ਵਾਸਤੇ ਵੀ ਹੈ ਤੇ ਆਕਾਸ਼ ਵਾਸਤੇ ਵੀ ਹੈ। ਦੇਲੀ ਦੀਪਕ ਤੋਂ ਭਾਵ ਹੁੰਦਾ ਹੈ ਗੁਰਬਾਣੀ ਵਿੱਚ, ਜਿਸ ਤਰ੍ਹਾਂ ਦੇਲੀ ਤੋਂ ਭਾਵ ਦਹਿਲੀਜ਼, ਘਰ ਦੇ ਦਹਿਲੀਜ਼ ਦੇ ਵਿੱਚ ਕੋਈ ਦੀਪਕ ਚਲਾ ਲਈਏ ਜਿਸ ਦੀ ਰੋਸ਼ਨੀ ਕਮਰੇ ਅੰਦਰ ਵੀ ਤੇ ਬਾਹਰ ਵੀ ਹੋਵੇ, ਉਹਨੂੰ ਦੇਲੀ ਦੀਪਕ ਕਹਿੰਦੇ ਨੇ। ਤਾਂ ਗੁਰੂ ਸਾਹਿਬ ਨੇ ਇੱਥੇ ਇਸ ਤਰ੍ਹਾਂ ਦਾ ਖਿਆਲ ਸਾਨੂੰ ਸਮਝਾਉਣ ਦਾ ਯਤਨ ਕੀਤਾ ਹੈ ਕਿ ਪਾਤਾਲਾਂ ਪਾਤਾਲ ਲੱਖ, ਆਗਾਸਾਂ ਆਗਾਸ। ਲੱਖਾਂ ਹੀ ਪਤਾਲ ਨੇ ਤੇ ਲੱਖਾਂ ਹੀ ਆਕਾਸ਼ ਨੇ। ਇਹ ਅੱਖਰ ਗੁਰੂ ਨਾਨਕ ਪਾਤਸ਼ਾਹ ਨਹੀਂ ਕਹਿ ਰਹੇ। ਵੈਸੇ ਮੈਂ ਅਕਸਰ ਕਈਆਂ ਕੋਲੋਂ ਸੁਣੀਦਾ ਕਿ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਲੱਖਾਂ ਹੀ ਆਕਾਸ਼ ਨੇ, ਲੱਖਾਂ ਹੀ ਪਤਾਲ ਨੇ। ਮਹਾਰਾਜ ਕਹਿੰਦੇ ਨੇ ਜੇ ਇਸ ਦੀ ਗਿਣਤੀ ਕਰ ਦਿੱਤੀ ਜਾਵੇ ਲੱਖਾਂ ਦੀ, ਤੇ ਫਿਰ ਉਹ ਗਿਣਤੀ ਵਿੱਚ ਆ ਜਾਂਦਾ ਹੈ। ਇਹ
ਦੂਜੇ ਧਰਮਾਂ ਦੇ ਲੋਕਾਂ ਦੇ ਖਿਆਲ ਦੱਸ ਰਹੇ ਨੇ। ਦਰਅਸਲ ਸਤਿਗੁਰੂ ਸਾਨੂੰ ਸਚਿਆਰ ਬਣਾਉਣ ਵਾਸਤੇ ਇਹ ਸਾਰੇ ਵੱਖ-ਵੱਖ ਢੰਗਾਂ ਨਾਲ, ਵੱਖ-ਵੱਖ ਤਰੀਕਿਆਂ ਨਾਲ ਸਾਨੂੰ ਇਹ ਸਮਝਾਉਣਾ ਕਰ ਰਹੇ ਹਨ ਕਿ ਪਰਮਾਤਮਾ ਦੇ ਘਰ ਵਿੱਚ ਅਸੀਂ ਸਚਿਆਰ ਕਿਵੇਂ ਬਣਨਾ ਹੈ। ਔਰ ਜਿਹੜੀਆਂ ਰੁਕਾਵਟਾਂ ਸਾਡੇ ਜੀਵਨ ਵਿੱਚ ਆਉਂਦੀਆਂ ਨੇ ਉਹ ਮਹਾਰਾਜ ਇਸ ਪੌੜੀਆਂ ਰਾਹੀਂ ਦੱਸ ਕੇ ਸਾਡੇ ਸ਼ੰਕੇ ਨਿਵਰਤ ਕਰ ਰਹੇ ਨੇ, ਦੂਰ ਕਰ ਰਹੇ ਨੇ। ਗੁਰੂ ਸਾਹਿਬ ਕਹਿੰਦੇ ਨੇ ਕਿ ਜਿਹੜੇ ਦੂਜੇ ਧਰਮਾਂ ਦੇ ਨੇ, ਯਹੂਦੀ ਹੋ ਗਏ, ਇਸਲਾਮ ਧਰਮ ਦੇ ਹੋ ਗਏ, ਈਸਾਈ ਧਰਮ ਦੇ ਹੋ ਗਏ, ਕ੍ਰਿਸਚਨ ਲੋਕ ਜਿਨ੍ਹਾਂ ਨੂੰ ਕਹੀਦਾ, ਇਹਨਾਂ ਦਾ ਖਿਆਲ ਹੈ ਕਿ ਪਰਮਾਤਮਾ ਵੱਲੋਂ ਲੱਖਾਂ ਹੀ ਪਤਾਲ ਤੇ ਲੱਖਾਂ ਹੀ ਆਕਾਸ਼ ਬਣਾਏ ਨੇ। ਇਹ ਉਹਨਾਂ ਦਾ ਖਿਆਲ ਹੈ। ਤੋ ਮਹਾਰਾਜ ਕਹਿ ਰਹੇ ਨੇ, ਓੜਕ ਓੜਕ ਭਾਲ ਥਕੇ। ਓੜਕ ਤੋਂ ਭਾਵ ਹੁੰਦਾ ਹੈ ਕਿ ਉਹਦਾ ਅਖੀਰਲਾ ਬੰਨਾ, ਅੰਤ। ਕਹਿੰਦੇ ਨੇ ਉਹ ਉੱਥੇ ਓੜਕ ਤੱਕ ਪਹੁੰਚਣਾ ਹੈ, ਓੜ ਤੱਕ ਪਹੁੰਚਣਾ ਹੈ, ਭਾਵ ਅੰਤ। ਤੋ ਮਹਾਰਾਜ ਕਹਿੰਦੇ ਨੇ ਉਹ ਲੋਕ ਕੀ ਕਰਦੇ ਨੇ, ਜਿਹੜੇ ਓੜਕ ਓੜਕ ਭਾਲ ਥਕੇ, ਉਹ ਪਰਮਾਤਮਾ ਦਾ ਅੰਤ ਪਾਉਣ ਵਾਸਤੇ ਉਹਦਾ ਅੰਤ ਨੂੰ ਕਹਿ ਕੇ ਥੱਕ ਗਏ ਨੇ। ਵੇਦ ਕਹਿਣ ਇੱਕ ਬਾਤ। ਸਾਰੇ ਗੱਲ ਲੋਕ ਜਿਹੜੇ ਨੇ, ਇਹ ਲੋਕ ਜਿਹੜੇ ਜਿਨ੍ਹਾਂ ਦਾ ਮਹਾਰਾਜ ਜ਼ਿਕਰ ਕਰ ਰਹੇ ਨੇ, ਕਹਿੰਦੇ ਨੇ ਇਹ ਗੱਲਾਂ ਕਹਿ ਕੇ ਵੇਦ ਰਾਈ ਥੱਕ ਗਏ ਨੇ ਕਿ ਪਰਮਾਤਮਾ ਦਰਅਸਲ ਉਹ ਅੰਤ ਪਾਉਣ ਨੂੰ ਲੱਗੇ ਹੋਏ ਨੇ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ, ਭਲਿਆ ਇਹ ਤੇਰਾ ਕੰਮ ਨਹੀਂ ਹੈ। ਤੂੰ ਇਸ ਬੰਨੇ ਜਲ ਕੇ ਆਪਣੇ ਸਮੇਂ ਨੂੰ ਖਰਾਬ ਨਾ ਕਰ। ਰੱਬ ਨੂੰ ਪਾਉਣਾ ਹੀ ਤੇ ਉਹਦੀ ਵਡਿਆਈਆਂ ਨਾਲ ਪਾਇਆ ਜਾ ਸਕਦਾ ਹੈ। ਜੇ ਮੈਂ ਕਿਸੇ ਚੀਜ਼ ਦੀ ਕੋਈ ਲਿਮਟ ਰੱਖ ਦੇਵਾਂ, ਹੁਣ ਇੱਕ ਮਕਾਨ ਹੈ ਕਿ ਬਹੁਤ ਅਮੀਰ ਹੈ ਬੰਦਾ ਜੀ, ਉਹਦੇ ਕੋਲ 2 ਮਕਾਨ ਨੇ, ਜੇ ਉਹਨਾਂ ਦੀ ਵੈਲਿਊ ਪੈ ਗਈ ਤੇ ਉਹ ਇੱਕ ਦਾਇਰੇ ਵਿੱਚ ਆ ਗਿਆ, ਬਈ ਉਹ ਇੰਨੇ ਕਰੋੜ ਦਾ ਮਾਲਕ ਹੈ, ਇੰਨੇ ਲੱਖਾਂ ਦਾ ਮਾਲਕ ਹੈ। ਜੇ ਅਸੀਂ ਇਹ ਗੱਲ ਕਹਿ ਦਈਏ ਕਿ 70 ਲੱਖ ਹੋਣਗੇ, ਆਕਾਸ਼ 80 ਲੱਖ ਹੋਣਗੇ ਜਾਂ 90 ਲੱਖ ਹੋਣਗੇ, ਤੇ ਫਿਰ ਇਹਦਾ ਮਤਲਬ ਹੈ ਕਿ ਅਸੀਂ ਪਰਮਾਤਮਾ ਦੇ ਘਰ ਦੀ ਲਿਮਟ ਬੰਨ੍ਹ ਦਿੱਤੀ ਹੈ। ਗੁਰੂ ਸਾਹਿਬ ਨਹੀਂ ਕਹਿ ਰਹੇ ਕਿ ਲੱਖਾਂ ਪਤਾਲ ਨੇ। ਗੁਰੂ ਤੇ ਅਖੀਰ ਵਿੱਚ ਇਹ ਵੀ ਕਹਿ ਰਹੇ ਨੇ, ਲੇਖਾ ਹੋਏ ਤਾਂ ਲਿਖੀਏ, ਲੇਖੇ ਹੋਏ ਵਿਨਾਸ਼। ਜੇ ਪਰਮਾਤਮਾ ਦਾ ਕੋਈ ਲੇਖਾ ਲਿਖਣ ਵਾਲੀ ਗੱਲ ਹੁੰਦੀ ਤੇ ਕੋਈ ਲਿਖ ਸਕਦਾ ਸੀ। ਉਹ ਤੇ ਅਲੇਖ ਹੈ, ਉਹਨੇ ਪੜਿਆ ਨਾ, ਅਲੇਖ ਹੈ, ਅਪੇਖ ਹੈ। ਉਹ ਪਰਮਾਤਮਾ ਲੇਖੇ ਵਿੱਚ ਨਹੀਂ ਆਉਂਦਾ। ਜੇ ਲੇਖੇ ਵਿੱਚ ਕੋਈ ਆਏਗਾ ਉਹਦਾ ਨਾਸ਼ ਵੀ ਹੋਏਗਾ। ਪਰਮਾਤਮਾ ਲੇਖੇ ਤੋਂ ਬਾਹਰ ਹੈ। ਗੁਰੂ ਸਾਹਿਬ ਕਹਿੰਦੇ ਨੇ ਭਾਈ ਕਿ ਪਤਾਲ ਜਿਹੜੇ ਤੁਸੀਂ ਕਹਿ ਰਹੇ ਹੋ ਲੱਖਾਂ ਨੇ, ਔਰ ਤੁਸੀਂ ਕਹਿ ਕੇ ਥੱਕ ਗਏ ਹੋ। ਸਾਰੇ ਵੇਦਾਂ ਰਾਹੀਂ ਤੁਸੀਂ ਦੱਸ ਨਹੀਂ ਪਾ ਰਹੇ ਉਸ ਪਰਮਾਤਮਾ ਦਾ ਅਖੀਰਲਾ ਬੰਨਾ ਕਿਹੜਾ ਹੈ। ਤੇ ਹਾਰ ਕੇ ਟੁੱਟ ਕੇ ਬੈਠ ਗਏ ਨੇ, ਉਹ ਸਾਰੇ ਥੱਕ ਗਏ ਨੇ। ਗੁਰੂ ਨਾਨਕ ਪਾਤਸ਼ਾਹ ਇਸ ਦੇ ਨਾਲ ਇੱਕ ਬੜੀ ਵੱਡੀ ਸਾਖੀ ਇਤਿਹਾਸ ਦੀ ਸੰਬੰਧਿਤ ਵੀ ਹੈ। ਜਦੋਂ ਗੁਰੂ ਨਾਨਕ ਪਾਤਸ਼ਾਹ ਬਗਦਾਦ ਦੀ ਧਰਤੀ ਤੇ ਗਏ ਤੇ ਮਹਾਰਾਜ ਦਾ ਇੱਕ ਨਵੇਕਲਾ ਢੰਗ ਹੁੰਦਾ ਸੀ ਕਿ ਉਸ ਸ਼ਹਿਰ ਦੇ ਬਾਹਰ ਜਾ ਕੇ ਕਿਨਾਰੇ ਤੇ ਬੈਠ ਜਾਣਾ ਤੇ ਮਰਦਾਨੇ ਨੂੰ ਕਹਿਣਾ, ਭਾਈ ਮਰਦਾਨਿਆਂ ਰਵਾਬ ਛੇੜ ਬਾਣੀ ਆਈ ਹੈ। ਉਹ ਬਗਦਾਦ ਦੀ ਧਰਤੀ ਐਸੀ ਸੀ ਜਿੱਥੇ ਕੋਈ ਰਾਗ ਸੰਗੀਤ ਗਾ ਨਹੀਂ ਸਕਦਾ ਸੀ, ਮਨਾਹੀ ਸੀ ਉਸ ਜਗ੍ਹਾ ਤੇ ਗੁਰੂ ਨਾਨਕ ਪਾਤਸ਼ਾਹ ਅੰਤਰਜਾਮੀ ਸਨ। ਉਹ ਇੱਕ ਸੇਧ ਦੇਣ ਵਾਸਤੇ ਜਾ ਰਹੇ ਸਨ
ਜਦੋਂ ਮਹਾਰਾਜ ਪਹੁੰਚੇ, ਫਿਰ ਬਾਬਾ ਗਿਆ ਬਗਦਾਦ ਨੂੰ। ਜਦੋਂ ਮਹਾਰਾਜ ਬਗਦਾਦ ਨੂੰ ਗਏ, ਭਾਈ ਗੁਰਦਾਸ ਜੀ ਲਿਖਦੇ ਨੇ, ਬਾਹਰ ਜਾਏ ਕੀਆ ਅਸਥਾਨਾ। ਬਾਹਰ ਜਾ ਕੇ, ਬਗਦਾਦ ਸ਼ਹਿਰ ਦੇ ਬਾਹਰ ਜਾ ਕੇ ਮਹਾਰਾਜ ਬੈਠ ਗਏ। ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ। ਇੱਕ ਬਾਬਾ ਗੁਰੂ ਸਾਹਿਬ ਆਪ ਸਨ, ਜੋ ਅਕਾਲ ਦਾ ਰੂਪ ਸਨ। ਅਕਾਲ ਹੁੰਦਾ ਕਾਲ ਤੋਂ ਰਹਿਤ, ਜਿਹਨੂੰ ਮੌਤ ਨਾ ਆਵੇ, ਸਰੀਰਿਕ ਨਹੀਂ, ਸਰੀਰਿਕ ਤਿਆਣੀ ਹੈ, ਉਹ ਅਕਾਲ ਸਨ। ਤੇ ਮਹਾਰਾਜ ਕਹਿੰਦੇ ਨੇ, ਭਾਈ ਗੁਰਦਾਸ ਜੀ ਕਹਿੰਦੇ ਨੇ, ਇੱਕ ਬਾਬਾ ਗੁਰੂ ਨਾਨਕ ਪਾਤਸ਼ਾਹ, ਦੂਜਾ ਰਬਾਬੀ ਮਰਦਾਨਾ, ਜਿਹਦੇ ਹੱਥ 'ਚ ਰਬਾਬ ਸੀ ਭਾਈ ਮਰਦਾਨਾ ਜੀ। ਇਹ ਦੋਨੋਂ ਬਾਹਰ ਜਾ ਕੇ ਬਗਦਾਦ ਦੀ ਉਸ ਪਾਵਨ ਧਰਤੀ ਤੇ ਬਹਿ ਗਏ। ਦਿੱਤੀ ਬਾਂਗ ਨਿਵਾਜ ਕਰ, ਹੁਣ ਬਾਂਗ ਦਿੱਤੀ, ਸੁਰ ਛੇੜਿਆ। ਗੁਰੂ ਨਾਨਕ ਪਾਤਸ਼ਾਹ ਨੇ ਆਪਣੇ ਮੁਬਾਰਕ ਰਸਨਾ ਤੋਂ ਜਦ ਉਸ ਪਰਮਾਤਮਾ ਦੇ ਗੀਤ ਗਾਉਣੇ ਸ਼ੁਰੂ ਕੀਤੇ ਕਿ ਪਾਤਾਲਾਂ ਪਾਤਾਲ ਲਖ, ਆਗਾਸਾਂ ਆਗਾਸ, ਇਹ ਅੱਖਰ ਯੂਜ਼ ਕੀਤੇ ਮਹਾਰਾਜ ਨੇ, ਕਿਉਂਕਿ ਮਹਾਰਾਜ ਦਾ ਕੰਠ ਬਹੁਤ ਸੁਰੀਲਾ ਸੀ। ਜਿਹੜਾ ਵੀ ਉਸ ਮਹਾਰਾਜ ਦੇ ਸ਼ਬਦ ਨੂੰ, ਉਸ ਪਰਮਾਤਮਾ ਦੇ ਰੱਬੀ ਕਲਾਮ ਨੂੰ ਸੁਣਦਾ ਸੀ, ਉਹ ਸੁਨ-ਮੁਨ ਹੋ ਜਾਂਦਾ ਸੀ। ਸੁਨ ਸਮਾਨ ਹੋਆ ਜਹਾਨਾ। ਉੱਥੇ ਦੇ ਲੋਕ ਆ ਕੇ ਵੇਖਿਆ ਕਿ ਕਿਹੜਾ ਪੀਰ ਆ ਗਿਆ, ਫਕੀਰ ਆ ਗਿਆ ਹੈ, ਜਿਹੜਾ ਬਾਹਰ ਬਹਿ ਕੇ ਰਬਾਬ ਦੇ ਨਾਲ ਤੇ ਨਾਲ ਆਪ ਉਸ ਪਰਮਾਤਮਾ ਦੇ ਗੀਤ ਗਾ ਰਿਹਾ ਹੈ, ਉਸ ਅੱਲਾ ਦੇ। ਸਾਰੇ ਮੁਸਲਮਾਨ ਉੱਥੇ ਆ ਕੇ ਇਕੱਠੇ ਹੋ ਗਏ ਕਿ ਇਸ ਨਗਰੀ ਵਿੱਚ ਤੇ ਕਦੀ ਅੱਜ ਤੱਕ ਕਿਸੇ ਨੇ ਰਾਗ ਛੇੜਿਆ ਨਹੀਂ, ਰਾਗ ਦੀ ਮਨਾਹੀ ਸੀ, ਕੋਈ ਸੰਗੀਤ ਗਾ ਨਹੀਂ ਸਕਦਾ ਸੀ। ਔਰ ਇਸ ਤੋਂ ਵੱਡਾ ਕੀ ਕੁਫਰ ਤੋਲਣਾ ਹੈ। ਇਹਨਾਂ ਨੇ ਇਹ ਵੀ ਗੱਲ ਕਹਿ ਦਿੱਤੀ ਕਿ ਪਤਾਲਾ ਪਤਾਲ ਲਖ, ਆਗਾਸਾਂ ਆਗਾਸ, ਕੀ ਲੱਖਾਂ ਹੀ ਆਕਾਸ਼, ਲੱਖਾਂ ਪਤਾਲ ਨੇ। ਜੋ ਸਾਡੇ ਇਸਲਾਮ ਵਿੱਚ ਤੇ ਮੁਹੰਮਦ ਸਾਹਿਬ ਕਹਿੰਦੇ ਨੇ ਕਿ 7 ਹੀ ਅਸਮਾਨ ਨੇ, 7 ਹੀ ਪਤਾਲ ਨੇ ਤੇ 7 ਹੀ ਧਰਤੀਆਂ ਨੇ। ਇਹ ਉਹਨਾਂ ਦਾ ਸੋਚ ਹੈ। ਤਾਂ ਗੁਰੂ ਸਾਹਿਬ ਕਹਿੰਦੇ ਨੇ, ਸੁਨ ਮੁਨ ਨਗਰੀ ਭਈ, ਦੇਖ ਪੀਰ ਪਿਆ ਹੈਰਾਨਾ। ਸਾਰੀ ਨਗਰੀ ਸੁਨ ਮੁਨ ਹੋ ਗਈ। ਦੇਖੋ, ਕਦੇ ਕੀਰਤਨ ਵਿੱਚ ਜਦੋਂ ਬੰਦਾ ਜੁੜਦਾ ਨਾ ਤੇ ਸੁਨ ਮੁਨ ਹੋ ਜਾਂਦਾ ਹੈ। ਗੁਰੂ ਸਾਹਿਬ ਕਹਿੰਦੇ ਨੇ, ਮੈਂ ਕੀਰਤਨ ਤੋਂ ਹੀ ਰੱਬ ਨੂੰ ਪਾਇਆ ਹੈ। ਜੇ ਕਿਸੇ ਨੇ ਪਾਣਾ ਹੈ, ਕੀਰਤਨ ਹੁੰਦਾ ਉਹਦੀ ਕੀਰਤੀ ਨੂੰ ਗਾਉਣਾ। ਕੀ ਰਤਨ ਭਾਵ, ਉਸ ਕੀਰਤਨ ਦਾ ਭਾਵ ਕਿ ਉਹਦਾ ਰਤਨ ਵੀ ਕੀ ਮੁਕਾਬਲਾ ਕਰ ਸਕਦੇ ਨੇ। ਕੀਰਤਨ ਕੀਰਤ ਭਾਵ ਉਸ ਪਰਮਾਤਮਾ ਦੀ ਕੀਰਤੀ ਨੂੰ ਗਾਉਣਾ, ਜਿਹੜੀ ਤੁਸੀਂ ਗਾ ਰਹੇ ਹੋ, ਉਹ ਸਭ ਤੋਂ ਵੱਡਾ ਕਿਰਤ ਹੈ। ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕੇ ਕਰਮਾ। ਇਹ ਕਰਮਾਂ ਤੋਂ ਵੱਡਾ ਕਰਮ ਹੈ ਜਿਹੜਾ ਤੁਸੀਂ ਕਰ ਰਹੇ ਹੋ। ਤੋ ਸੁਨ ਮੁਨ ਹੋਏ ਨਗਰੀ ਭਈ, ਦੇਖ ਪੀਰ ਭਇਆ ਹੈਰਾਨਾ। ਉੱਥੇ ਦੇ ਲੋਕਾਂ ਨੇ ਜਾ ਕੇ ਪੀਰ ਦਸਗੀਰ ਨੂੰ ਜਾ ਕੇ ਕਿਹਾ, ਇੱਕ ਫਕੀਰ ਆਇਆ ਹੈ, ਨਾਲ ਉਹਦੇ ਇੱਕ ਰਬਾਬੀ ਹੈ, ਉਹ ਆ ਕੇ ਇੱਕ ਤੇ ਰਾਗ ਗਾ ਰਿਹਾ ਹੈ। ਉਸ ਤੋਂ ਬਾਅਦ ਉਹ ਰੱਬ ਵਾਸਤੇ ਕਹਿ ਰਿਹਾ ਕਿ ਪਤਾਲ ਵੀ ਲੱਖਾਂ ਨੇ, ਆਕਾਸ਼ ਵੀ ਲੱਖਾਂ ਨੇ। ਤੇ ਪੀਰ ਹੈਰਾਨ ਹੋ ਗਿਆ। ਵੇਖੈ ਧਿਆਨ ਲਗਾਏ ਕਰ, ਇੱਕ ਫਕੀਰ ਵੱਡਾ ਮਸਤਾਨਾ। ਉਹ ਅਵਸਥਾ ਦਾ ਮਾਲਕ ਤੇ ਹੈ ਸੀ, ਪਰ ਉਹਨੇ ਬੈਠੇ ਇੱਕ ਐਸੀ, ਮਤਲਬ ਉਹਨੇ ਧਿਆਨ ਲਗਾ ਕੇ ਅੱਲਾ ਵੱਲ ਵੇਖਿਆ ਕਿ ਇੱਕ ਫਕੀਰ ਤੇ ਇੱਕੋ ਬੈਠਾ ਹੈ, ਸੱਚ ਕਹਿ ਰਹੇ ਨੇ। ਪੁੱਛਿਆ ਫਿਰ ਕਹਿ ਦਸਤਗੀਰ, ਕੌਣ ਫਕੀਰ ਕਿਸਕਾ ਕਰਹਾਨਾ। ਹੁਣ ਦਸਤਗੀਰ ਨੇ ਆਪਣੇ ਨਾਲ ਬੰਦੇ ਲਏ, ਚਲਾ ਗਏ ਗੁਰੂ ਨਾਨਕ ਪਾਤਸ਼ਾਹ ਕੋਲ। ਪੁੱਛਿਆ, ਭਾਈ ਨਾਨਕ ਨੂੰ, ਮਰਦਾਨੇ ਨੂੰ ਪੁੱਛਦੇ ਨੇ, ਕੌਣ ਹੈ ਇਹ ਫਕੀਰ ਸਾਈਂ, ਕੌਣ ਹੈ, ਕਿਸ ਘਰਾਣੇ ਤੋਂ ਹੈ। ਤੇ ਉਸ ਵੇਲੇ ਫਿਰ ਭਾਈ ਮਰਦਾਨਾ ਜੀ ਨੇ ਕਿਹਾ, ਨਾਨਕ ਕੱਲ ਵਿੱਚ ਆਇਆ,
ਰੱਬ ਫਕੀਰ ਏਕੋ ਪਹਿਚਾਨਾ। ਭਾਈ ਇਹ ਕਲਯੁਗ ਦੇ ਸਮਾਂ ਹੈ, ਆਪ ਰੱਬ ਗੁਰੂ ਨਾਨਕ ਦਾ ਰੂਪ ਧਾਰ ਕੇ ਇਸ ਸੰਸਾਰ ਵਿੱਚ ਆਇਆ ਹੈ। ਇਹ ਭਾਈ ਮਰਦਾਨਾ ਜੀ ਉਸ ਦਸਤਗੀਰ ਨੂੰ ਜਿਹੜਾ ਗੁੱਸੇ ਵਿੱਚ ਆਇਆ ਹੈ, ਤਰਤ ਆਕਾਸ਼ ਚਹੁ ਦਿਸ ਜਾਨਾ, ਧਰਤੀ ਤੇ ਆਕਾਸ਼ ਭਾਵ ਸਾਰੀਆਂ ਦਿਸ਼ਾਵਾਂ ਦੇ ਵਿੱਚ ਇਸ ਦੀ ਜੈ ਜੈਕਾਰ ਹੋ ਰਹੀ ਹੈ। ਇਹ ਪਰਮਾਤਮਾ ਦਾ ਰੂਪ ਹੈ। ਤੇ ਕਹਿੰਦੇ ਨੇ ਪੁੱਛੇ ਪੀਰ ਤਕਰਾਰ ਕਰ, ਇਹ ਫਕੀਰ ਵੱਡਾ ਤਾਈ। ਹੁਣ ਉਹ ਗੁੱਸੇ ਵਿੱਚ, ਝਗੜੇ ਵਿੱਚ, ਜਿਸ ਤਰ੍ਹਾਂ ਬੰਦੇ ਨੂੰ ਜਿਹਦੀ ਕੋਈ ਗੱਲ ਨਾ ਮੰਨੀ ਜਾਏ ਜਾਂ ਉਸ ਤੋਂ ਵੱਡਾ ਕੋਈ ਫਕੀਰ ਆ ਜਾਏ ਤੇ ਉਹਦੇ ਮਨ ਵਿੱਚ ਕੋਈ ਐਸੀ ਗੱਲ ਆ ਜਾਂਦੀ ਹੈ। ਉਹ ਹੁਣ ਪੁੱਛ ਰਿਹਾ ਹੈ, ਗੁੱਸੇ ਵਿੱਚ ਪੁੱਛ ਰਿਹਾ ਹੈ, ਇਹ ਵੱਡਾ ਫਕੀਰ ਕਿੱਥੋਂ ਆ ਗਿਆ ਹੈ? ਇੱਥੇ ਵਿੱਚ ਬਗਦਾਦ ਦੇ ਵੱਡੀ ਕਰਾਮਾਤ ਦਿਖਲਾਈ। ਇੱਥੇ ਆ ਕੇ ਨੇ ਕਿਹੜੀ ਕਰਾਮਾਤ ਦਿਖਾਈ ਹੈ ਕਿ ਪਤਾਲ ਆਕਾਸ਼ ਲੱਖਾਂ ਦੱਸ ਰਿਹਾ, ਪਾਤਾਲ ਆਕਾਸ਼ ਲੱਖ ਓੜਕ ਭਾਲੀ ਖਬਰ ਸੁਣਾਈ। ਇਹ ਬੜੀ ਅਜੀਬ ਖਬਰ ਇਹਨੇ ਸੁਣਾਈ ਹੈ ਕਿ ਉਹਨਾਂ ਦਾ ਅੰਤ ਹੀ ਨਹੀਂ ਹੈ। ਇਹ ਗੱਲ ਜਦ ਇਹ ਗੱਲ ਹੋਈ ਤੇ ਗੁਰੂ ਨਾਨਕ ਪਾਤਸ਼ਾਹ ਨੇ ਸਾਰੀ ਗੱਲ ਸੁਣੀ। ਫੇਰ ਦੁਰਾਇਨ ਦਸਗੀਰ, ਅਸੀਂ ਵੀ ਵੇਖਾਂ ਜੋ ਤੂੰ ਹੈ ਪਾਈ। ਬਈ ਤੂੰ ਲੱਖਾਂ ਆਕਾਸ਼ ਪਤਾਲ ਦੀ ਗੱਲ ਕਰ ਰਹੇ ਹੈ, ਇਹ ਨਾਨਕ ਲੱਖ ਆਕਾਸ਼ ਪਤਾਲ ਹੈ ਨੇ? ਦੇਖੋ ਇੱਕ ਸ਼ੰਕਾ ਆਉਂਦੀ ਹੈ, ਤੇ ਸੱਚਾ ਗੁਰੂ ਕਾਮਲ ਗੁਰੂ ਉਹੀ ਹੁੰਦਾ ਹੈ ਜਿਹੜੇ ਸਿੱਖ ਦੀ, ਸੇਵਕ ਦੀ, ਉਹਦੇ ਆਈ ਮਨ ਦੀ ਤਰੇੜ ਨੂੰ ਦੂਰ ਕਰ ਦੇਵੇ। ਇੱਕ ਤੇ ਗੁਰੂ ਨਾਨਕ ਪਾਤਸ਼ਾਹ ਨੇ ਉੱਥੇ ਬਚਨ ਕੀਤਾ, ਉਹ ਕਹਿੰਦਾ ਹੈ ਬਈ ਇਹਦਾ ਮਤਲਬ ਸਾਡੇ ਮੁਹੰਮਦ ਸਾਹਿਬ ਗਲਤ ਨੇ। ਤੁਸੀਂ ਲੱਖਾਂ ਆਕਾਸ਼ ਕਹਿ ਰਹੇ ਹੋ, ਮਾਰੇ ਕਹਿੰਦੇ ਮੈਂ ਲੱਖ ਨਹੀਂ ਕਹਿ ਰਿਹਾ, ਇਹ ਦੂਜੇ ਧਰਮਾਂ ਦੇ ਕਹਿ ਰਹੇ ਨੇ, ਪਰਮਾਤਮਾ ਦਾ ਤੇ ਅੰਤ ਹੀ ਕੋਈ ਨਹੀਂ। ਪਰ ਤੁਸੀਂ ਇਹਦਾ ਮਤਲਬ ਹੈ ਕਿ ਸਾਡੇ ਮੁਹੰਮਦ ਸਾਹਿਬ ਨੂੰ ਗਲਤ ਕਹਿ ਰਹੇ ਹੋ, ਉਹ ਤੇ ਕਹਿ ਰਹੇ ਨੇ 7 ਆਕਾਸ਼ ਤੇ 7 ਪਤਾਲ ਨੇ। ਮਾਰੇ ਕਹਿੰਦੇ ਨੇ ਨਾ ਮੁਹੰਮਦ ਸਾਹਿਬ ਗਲਤ ਨੇ, ਤੇ ਨਾ ਵੇਦ ਝੂਠੇ ਨੇ, ਤੇ ਨਾ ਕ੍ਰਿਸਚਨ ਲੋਕ ਝੂਠੇ ਨੇ। ਮੁਹੰਮਦ ਸਾਹਿਬ ਵੀ ਆਪਣੀ ਜਗ੍ਹਾ ਚੰਗੇ ਨੇ, ਦੂਜੇ ਧਰਮ ਵੀ ਆਪਣੀ ਜਗ੍ਹਾ ਤੇ ਚੰਗੇ ਨੇ, ਸਭ ਠੀਕ ਨੇ। ਦਰਅਸਲ ਮੁਹੰਮਦ ਸਾਹਿਬ ਨੇ ਦੇਖੇ ਹੀ 7 ਨੇ ਤੇ ਉਹਨਾਂ ਨੂੰ ਤੁਹਾਨੂੰ 7 ਦਾ ਹੀ ਜ਼ਿਕਰ ਕੀਤਾ ਹੈ, ਤੇ ਪਰਮਾਤਮਾ ਦਾ ਤੇ ਅੰਤ ਹੀ ਨਹੀਂ ਹੈ। ਦੇਖੋ ਮਹਾਰਾਜ ਨੇ ਪਿੱਛੇ ਹੁਣ ਪੌੜੀਆਂ ਪੜੀਆਂ ਨਾ, ਇੱਕ ਵਰਡ ਯੂਜ਼ ਕੀਤਾ ਸੀ ਅਸੰਖ। ਜਿਸ ਤਰ੍ਹਾਂ ਇੱਕ ਦੇ ਅੱਗੇ 0 ਲਾਓ ਨਾ, ਅਸੰਖ ਬਣ ਜਾਂਦਾ ਹੈ। ਮਹਾਰਾਜ ਕਹਿੰਦੇ ਨੇ ਮੈਂ ਇੱਕ ਆਪਣੀ ਗੱਲ ਕਹਿਣ ਵਾਸਤੇ ਅਸੰਖ ਲਾਇਆ, ਪਰ ਮੈਂ ਸੋਚ ਰਿਹਾ ਮੈਂ ਅਸੰਖ ਲਾ ਕੇ ਵੀ ਨਾ ਆਪਣੇ ਸਿਰ ਤੇ ਭਾਰ ਚੜਾ ਲਿਆ। ਅਸੰਖ ਕਹੇ ਸਿਰ ਭਾਰ ਹੋਏ। ਜੇ ਮੈਂ ਅਸੰਖ ਅੱਖਰ ਵੀ ਲਾਣਾ ਨਾ, ਜਿਹਦੀ ਗਿਣਤੀ ਹਿੰਸੇ 'ਚ ਹੀ ਨਹੀਂ ਹੈ, ਪਰ ਮੈਨੂੰ ਇੱਕ ਅੱਖਰ ਯੂਜ਼ ਕਰਨਾ ਪੈ ਰਿਹਾ ਹੈ ਕਿ ਮੈਂ ਅਸੰਖ ਲਾਇਆ, ਪਰ ਮੈਨੂੰ ਲੱਗ ਰਿਹਾ ਮੈਂ ਅਸੰਖ ਕਹਿ ਕੇ ਵੀ ਆਪਣੇ ਸਿਰ ਭਾਰ ਚੜਾ ਲਿਆ। ਦੇਖੋ ਪਰਮਾਤਮਾ ਦਾ ਗੁਰੂ ਨਾਨਕ ਪਾਤਸ਼ਾਹ ਨੇ ਕਿਤਨੀ ਬੇਖੂਬੀ ਨਾਲ ਸਾਨੂੰ ਸਮਝਾਉਣ ਦਾ ਯਤਨ ਕੀਤਾ ਹੈ, ਔਰ ਕਿਤਨਾ ਬਾ ਕਮਾਲ ਮਹਾਰਾਜ ਨੇ ਜਵਾਬ ਦਿੱਤਾ ਕਿ ਉਹਨਾਂ ਨੇ ਇਹ ਨਹੀਂ ਕਿਹਾ ਮੁਹੰਮਦ ਸਾਹਿਬ ਗਲਤ ਨੇ, ਉਹਨਾਂ ਨੇ ਕਿਹਾ ਮੁਹੰਮਦ ਸਾਹਿਬ ਨੇ ਦੇਖੇ ਹੀ 7 ਨੇ, ਉਹਨਾਂ ਨੇ ਤੁਹਾਨੂੰ 7 ਹੀ ਦੱਸੇ ਨੇ। ਹੁਣ ਸ਼ੰਕਾ ਆ ਗਿਆ ਦਸਗੀਰ ਨੂੰ, ਕਹਿੰਦੇ ਜੇ ਤੁਸੀਂ ਲੱਖਾਂ ਬੇਅੰਤ ਕਹਿ ਰਹੇ ਨੇ ਤੇ ਫਿਰ ਸਾਨੂੰ ਵੀ ਦਿਖਾਓ। ਫੇਰ ਦੁਰਾਇਨ ਦਸਗੀਰ, ਅਸੀਂ ਵੀ ਵੇਖਾਂ ਜੋ ਤੂੰ ਹੈ ਪਾਈ। ਸਾਨੂੰ ਵੀ ਵਿਖਾ ਜੋ ਤੁਸੀਂ ਦੇਖਿਆ ਹੈ। ਤਾਂ ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਫਿਰ ਇਸ ਤਰ੍ਹਾਂ ਕਰੋ ਪੀਰ ਜੀ, ਆਪਣਾ ਬੇਟਾ ਲਿਆਓ ਛੋਟਾ, ਜਿਹੜਾ ਤੁਹਾਡਾ ਬੇਟਾ ਹੈ ਸਮਝਦਾਰ, ਉਹਨੂੰ ਲਿਆਓ ਤੇ ਉਹਨੂੰ ਅਸੀਂ ਇਹ ਪ੍ਰਮਾਤਮਾ ਦੀ ਬੇਅੰਤਤਾ ਦੇ ਜਿੰਨੇ ਆਕਾਸ਼ ਪਤਾਲ ਨੇ ਉਹਨੂੰ ਦਿਖਾ ਦਿੰਦੇ ਹਾਂ। ਫਿਰ ਪੀਰ ਨੇ ਆਪਣਾ ਬੇਟਾ ਬੁਲਾਇਆ, ਸਾਰੀ ਉੱਥੇ ਦੀ ਖਲਕਤ ਦੇਖ ਰਹੀ ਸੀ ਇਹ ਸਾਰਾ ਕੁਝ, ਤਾਂ ਨਾਲ ਲੀਤਾ ਬੇਟਾ ਪੀਰ ਦਾ, ਉਸ ਦਸਗੀਰ ਪੀਰ ਦਾ ਬੇਟਾ ਗੁਰੂ ਨਾਨਕ ਪਾਤਸ਼ਾਹ ਨੇ ਨਾਲ ਲਿਆ। ਭਾਵ ਉਹਦੀ ਸੁਰਤ ਮੰਡਲ ਨੂੰ, ਬੈਠਾ ਉੱਥੇ ਹੀ ਸੀ, ਉਹਦੀ ਸੁਰਤ ਨੂੰ ਉਹ ਧਿਆਨ ਲਵਾ ਕੇ ਮਹਾਰਾਜ ਨੇ ਬਖਸ਼ਿਸ਼ ਭਰਿਆ ਹੱਥ ਰੱਖ ਕੇ
ਤਿੰਨਾਂ ਭਵਨਾਂ ਦੀ ਉਹਨੂੰ ਸੋਝੀ ਹੋ ਗਈ ਤੇ ਉਹਨੂੰ ਸੁਰਤ ਰਾਹੀਂ ਕਿੱਥੇ ਲੈ ਗਏ ਮਹਾਰਾਜ? ਅੱਖ ਫੁਰੰਕ ਵਿੱਚ ਸਭ ਦਿਖਲਾਏ। ਅੱਖ ਦੇ ਫਰਕਣ ਜਿੰਨਾ ਸਮੇਂ ਵਿੱਚ ਗੁਰੂ ਨਾਨਕ ਪਾਤਸ਼ਾਹ ਨੇ ਉਹਨੂੰ ਬੇਅੰਤ ਲੱਖਾਂ ਆਕਾਸ਼ ਪਤਾਲਾਂ ਦੇ ਦਰਸ਼ਨ ਕਰਾ ਦਿੱਤੇ। ਪਰ ਮਹਾਰਾਜ ਨੇ ਸੋਚਿਆ ਜੇ ਇਹਨੂੰ ਦਰਸ਼ਨ ਕਰਾਤੇ ਨਾ ਦੱਸੇਗਾ ਕਿਵੇਂ? ਫਿਰ ਮਹਾਰਾਜ ਕਹਿੰਦੇ ਨੇ ਪਰ ਕਛ ਕੋਲ ਪ੍ਰਸਾਦ ਦਾ ਧੂਰੋਂ ਪਤਾ ਲੋ ਲਈ ਕੜਾਈ। ਕਛ ਕੋਲ ਹੁੰਦਾ ਇੱਕ ਭਾਂਡਾ ਹੁੰਦਾ ਹੈ, ਉਸ ਭਾਂਡੇ ਨੂੰ ਗੁਰੂ ਨਾਨਕ ਪਾਤਸ਼ਾਹ ਨੇ ਜਿਹੜਾ ਉਸ ਪੀਰ ਦੇ ਬੱਚੇ ਦੇ ਹੱਥ ਵਿੱਚ ਸੀ, ਲੋਟਾ ਸੀ ਜਿਹੜਾ, ਕਿਉਂਕਿ ਵੱਖ-ਵੱਖ ਜਗ੍ਹਾ ਤੇ ਜਦ ਆਕਾਸ਼ ਪਤਾਲਾਂ ਵਿੱਚ ਗਏ, ਜਿੱਥੇ ਜਿੱਥੇ ਸਤ ਸੰਗਤ ਹੋ ਰਹੀ ਸੀ, ਉੱਥੇ ਜਿੱਥੇ ਜਿੱਥੇ ਦੀਵਾਨ ਸਾਧ ਰਹੇ ਸਨ, ਸਮਾਪਤੀ ਤੇ ਮਹਾਰਾਜ ਨੇ ਥੋੜਾ ਥੋੜਾ ਪ੍ਰਸ਼ਾਦ ਉਸ ਕਚਕੋਲ ਵਿੱਚ ਪਾ ਦਿੱਤਾ। ਤੇ ਉਹਦਾ ਕਚਕੋਲ ਕੀ ਸੀ? ਭਰ ਕਚਕੋਲ ਪ੍ਰਸਾਦ ਦਾ ਉਹਦਾ ਕਚਕੋਲ ਭਰ ਗਿਆ, ਭਾਵ ਕਿ ਇੱਕ ਨਿਸ਼ਾਨੀ ਵਾਸਤੇ ਕਿ ਜਦ ਪੀਰ ਆਪਣੇ ਬੇਟੇ ਕੋਲੋਂ ਪੁੱਛੇਗਾ ਕਿ ਵਾਕਈ ਇਤਨੇ ਹਨ, ਤੇ ਉਸ ਵੇਲੇ ਫਿਰ ਉਹ ਪ੍ਰਸ਼ਾਦ ਇੱਕ ਗਵਾਹੀ ਦੇਗਾ। ਕਿਉਂਕਿ ਇਹ ਜਿਹੜੀ ਪ੍ਰਸ਼ਾਦ ਦੀ ਪ੍ਰਥਾ ਹੈ ਨਾ, ਜਿਹੜੀ ਇਹ ਚੱਲੀ ਵੀ ਉਦੋਂ ਹੀ ਤੋਂ ਹੀ ਗੁਰੂ ਨਾਨਕ ਪਾਤਸ਼ਾਹ, ਇਹਨੂੰ ਤ੍ਰਿਪਾਵਲ ਦੀ ਦੇਗ ਕਹਿੰਦੇ ਨੇ। ਭਾਵ ਕਿ ਆਟਾ, ਘਿਓ, ਚੀਨੀ ਸੇਮ ਕੁਆਂਟਿਟੀ ਹੁੰਦੀ ਹੈ, ਤ੍ਰਿਪਾਵਲ ਦੀ ਦੇਗ, ਤੇ ਪਾਣੀ 4 ਗੁਣਾ ਹੁੰਦਾ ਹੈ। ਜਿਹੜੇ ਪ੍ਰਸ਼ਾਦ ਦੇਗ ਬਣਾਉਂਦੇ ਨੇ ਨਾ, ਉਹ ਉਹਨਾਂ ਵਾਸਤੇ ਇੱਕ ਮੈਥਡ ਹੈ, ਬਣਾਉਣ ਦਾ ਤਰੀਕਾ ਹੈ ਕਿ ਤਿੰਨੋਂ ਚੀਜ਼ਾਂ ਜੇ ਤੁਸੀਂ ਇੱਕ ਕੋਲੀ ਆਟਾ, ਘਿਓ, ਚੀਨੀ ਸੁੱਚਾ ਕੱਢ ਕੇ ਬਣਾਉਂਦੇ ਹੋ ਤੇ ਪਾਣੀ 4 ਗੁਣਾ ਪਾ ਕੇ, ਇਹ ਤ੍ਰਿਪਾਵਲ ਦੀ ਦੇਗ ਇਹਨੂੰ ਕਹਿੰਦੇ ਨੇ, ਜਿਹੜੀ ਮਹਾਰਾਜ ਨੇ ਉਸ ਵੇਲੇ ਵੀ ਬਣਵਾਈ ਸੀ ਜਦੋਂ 4 ਸਾਹਿਬਜ਼ਾਦੇ ਸ਼ਹੀਦ ਹੋਏ ਸਨ। ਤੇ ਮਾਤਾ ਨੇ ਕਿਹਾ ਕਿੱਥੇ ਨੇ ਲਾਲ? ਉਸ ਵੇਲੇ ਮਹਾਰਾਜ ਨੇ ਆਪਣੀ ਮੁਬਾਰਕ ਰਸਨਾ ਤੋਂ ਇਹ ਕਿਹਾ ਸੀ ਕਿ ਤੁਸੀਂ ਮਾਤਾ ਜੀ ਆਪਣੇ ਬੱਚਿਆਂ ਵਾਸਤੇ ਅੱਜ ਤੁਸੀਂ ਤ੍ਰਿਪਾਵਲ ਦੀ ਦੇਗ ਬਣਾਓ। ਤਾਂ ਮਹਾਰਾਜ ਨੇ ਉਸ ਵੇਲੇ ਇਹ ਤ੍ਰਿਪਾਵਲ ਦੀ ਦੇਗ ਉਸ ਵੇਲੇ ਬਣੀ। ਤੇ ਇਹ ਆਰੰਭਤਾ ਹੋਈ ਹੈ ਗੁਰੂ ਨਾਨਕ ਪਾਤਸ਼ਾਹ ਦੇ ਸਮੇਂ ਤੋਂ, ਜਦ ਪੀਰ ਦੇ ਬੇਟੇ ਨੂੰ ਨਾਲ ਲੈ ਕੇ ਮਹਾਰਾਜ ਨੇ ਉਹ ਦੇਗ, ਦੇਖੋ ਇਹੀ ਸਤ ਸੰਗਤ ਉੱਥੇ ਹੁੰਦੀ ਜੇ, ਧਿਆਨ ਦੇਣਾ, ਜਿਹੜੀ ਸੰਗਤ ਤੁਸੀਂ ਕਰ ਰਹੇ ਹੋ ਨਾ, ਸਤ ਸੰਗਤ ਜਿਹਨੂੰ ਸੱਚਖੰਡ ਵਸੈ ਨਿਰੰਕਾਰ ਕਹਿੰਦੇ ਆ, ਇਹ ਆਕਾਸ਼ਾਂ ਪਤਾਲਾਂ ਵਿੱਚ ਕਈ ਕਰੋੜ ਹੀ ਨੇ, ਜਿਹਦਾ ਕੋਈ ਅੰਤ ਹੀ ਨਹੀਂ ਹੈ। ਕੋਟ ਬ੍ਰਹਿਮੰਡ ਕੋ ਠਾਕੁਰ ਸੁਆਮੀ ਸਰਬ ਜੀਆਂ ਕਾ ਦਾਤਾ ਰੇ। ਇੱਕ ਬ੍ਰਹਮੰਡ ਹੁੰਦਾ, 7 ਆਕਾਸ਼ ਪਤਾਲ ਧਰਤੀਆਂ, ਤੇ ਕਰੋੜਾਂ ਹੀ ਬ੍ਰਹਮੰਡ ਨੇ। ਕਿੰਨੀਆਂ ਧਰਤੀਆਂ ਤੇ ਸੱਚਖੰਡ 'ਚ ਕੀ ਹੁੰਦਾ? ਉੱਥੇ ਐਵੇਂ ਹੀ ਸੰਗਤ ਹੁੰਦੀ ਹੈ, ਉਵੇਂ ਹੀ ਗੁਰੂ ਨਾਨਕ ਪਾਤਸ਼ਾਹ ਬੈਠੇ ਹੁੰਦੇ ਨੇ। ਤਾਂ ਹੀ ਇਸ ਗੁਰੂ ਦੇ ਚਰਨਾਂ ਵਿੱਚ ਅਸੀਂ ਅਰਦਾਸ ਕਰੀਦੀ ਹੈ, ਸੱਚੇ ਪਿਤਾ ਸਾਨੂੰ ਸੰਗਤ ਵਿੱਚ ਬਹਿਣ ਦੀ ਜਾਚ ਆ ਜਾਏ, ਸਾਡਾ ਸੰਗਤ ਵਿੱਚ ਬੈਠ ਕੇ ਦਿਲ ਲੱਗ ਜਾਏ। ਜੇ ਇੱਥੇ ਦਿਲ ਲੱਗ ਗਿਆ ਤੇ ਉਸ ਸੱਚਖੰਡ ਵਿੱਚ ਬਹਿਣ ਵਿੱਚ ਸਾਨੂੰ ਔਖਿਆਈ ਨਹੀਂ ਹੋਏਗੀ। ਜੇ ਘਰ ਸੰਤ ਕਥਾ ਹੋਤ ਹਰ ਸੰਤਨ ਕੀ, ਇੱਕ ਨਿਮਕ ਨਾ ਕੀਨੋ ਮੈਂ ਫੇਰਾ। ਜਿੱਥੇ ਸੰਗਤ ਹੋ ਰਹੀ ਸੀ ਉੱਥੇ ਤੇ ਅਸੀਂ ਗਏ ਨਹੀਂ। ਲੰਪੜ ਚੋਰ ਦੂਤ ਮਤਵਾਰੇ ਤਿੰਨ ਸੰਗ ਸਦਾ ਬਸੇਰਾ। ਸਾਨੂੰ ਤੇ ਸੰਗਤ ਵਿੱਚ ਆਉਂਦਿਆਂ ਮਨ ਵਿੱਚ ਕਾਹਲਟ ਪੈਂਦੀ ਹੈ ਕਿ ਅਸੀਂ ਕਦੋਂ ਸਮਾਪਤੀ ਹੋਵੇ। ਕਦੀ ਮੈਂ ਫਿਲਮ ਹਾਲ ਦੇ ਅੰਦਰ ਫਿਲਮ ਦੇਖਦਿਆਂ ਇਹ ਨਹੀਂ ਵੇਖਿਆ ਕਿ 3 ਘੰਟੇ, ਉਹ ਕਹਿੰਦਾ 3 ਘੰਟੇ ਬੀਤ ਕਿਵੇਂ ਗਏ, ਜਾਂ ਵਿੱਚੋਂ ਨਿਕਲ ਗਿਆ ਹੋਵੇ। ਪਰ ਸੰਗਤ ਦੇ ਵਿੱਚ ਆ ਕੇ ਬੰਦਾ ਪਹਿਲਾਂ ਪੁੱਛਦਾ ਸਮਾਪਤੀ ਕਦ ਹੋਣੀ ਹੈ, ਉਹ ਵਿੱਚੋਂ ਵੀ ਨਿਕਲ ਜਾਂਦਾ ਹੈ। ਪਰ ਜਿਹੜੇ ਤੁਸੀਂ ਹੁਣ ਸਕੂਲ ਜਾਏ ਬੱਚਾ, ਤੇ ਸਕੂਲ ਜਾ ਕੇ ਰਿਸੈਸ ਤੇ ਆ ਜਾਏ, ਉਹ ਆ ਸਕਦਾ ਹੈ, ਕੋਈ ਮਜਬੂਰੀ ਗੱਲ ਵੱਖਰੀ ਹੈ। ਪੂਰੀ ਛੁੱਟੀ ਤੇ ਆਉਂਦਾ ਹੈ, ਗੱਲ ਸੁਣ ਕੇ ਆਉਂਦਾ ਹੈ। ਇੱਕ ਗੁਰੂ ਨਾਨਕ ਦਾ ਹੀ ਘਰ ਐਸਾ ਹੈ ਕਿ ਬੰਦਾ ਇੱਥੇ ਆਪਣੀ ਮਰਜ਼ੀ ਨਾਲ ਆਉਂਦਾ, ਮਰਜ਼ੀ ਨਾਲ ਚਲਾ ਜਾਂਦਾ ਹੈ। ਤੇ ਭਾਈ ਸਾਡਾ ਮਨ ਹੁੰਦਾ ਹੈ ਕਿ 10 ਮਿੰਟ ਫਾਲਤੂ ਲੱਗ ਗਏ ਨੇ, ਅਸੀਂ ਉਹਦੇ ਉੱਤੇ 15 ਮਿੰਟ ਬਹਿਸ ਕਰ ਲੈਂਦੇ ਹਾਂ ਕਿ ਅੱਜ 10 ਮਿੰਟ ਭਾਈ ਸਾਹਿਬ ਨੇ ਜ਼ਿਆਦਾ ਲਗਾ ਲਏ ਨੇ। ਤੇ ਭਾਵੇਂ ਬਾਹਰ ਇਸ ਟੌਪਿਕ ਦੇ ਉੱਤੇ 15 ਮਿੰਟ ਅਸੀਂ ਲਗਾ ਦਈਏ ਕਿ ਇਹਨਾਂ ਨੇ ਜ਼ਿਆਦਾ ਲਾ ਲਏ ਨੇ। ਤੇ ਕਦੀ ਫਿਲਮ ਹਾਲ ਵਿੱਚੋਂ ਕੋਈ ਉੱਠਦਿਆਂ ਵੇਖਿਆ? ਅਸੀਂ ਪੂਰੀ ਫਿਲਮ ਦੇਖ ਕੇ ਆਉਂਦੇ ਹਾਂ ਨਾ। ਇਹ ਵੀ ਇੱਕ ਰੱਬ ਰੂਪੀ ਫਿਲਮ ਚੱਲ ਰਹੀ ਹੈ। ਦੀਵਾਨ ਦੀ ਸਮਾਪਤੀ ਕਦੋਂ ਹੋਏਗੀ? ਅਸੀਂ ਕਦੀ ਨਹੀਂ ਪੁੱਛਿਆ ਪਿਕਚਰ ਦੀ ਸਮਾਪਤੀ ਕਦੋਂ ਹੋਏਗੀ। ਉਦੋਂ ਰਸ ਆ ਰਿਹਾ ਹੁੰਦਾ ਹੈ।
तो गुरु ਸਾਹਿਬ ਨੇ ਸਾਨੂੰ ਇੱਥੇ ਇਹ ਸਮਝਾਉਣ ਦਾ ਯਤਨ ਕੀਤਾ ਹੈ ਕਿ ਉਸ ਪੀਰ ਨੂੰ ਲੈ ਕੇ ਮਹਾਰਾਜ ਨੇ ਉਹ ਸੱਚਖੰਡ ਦੇ ਵਿਖੇ ਇਹੋ ਕੁਛ ਹੁੰਦਾ, ਇਹੀ ਦੇਗ ਉੱਥੇ ਵਰਤਦੀ ਪਈ ਹੈ। ਉਹ ਦੇਗ ਲੈ ਕੇ ਜਦ ਇੱਥੇ ਆਇਆ, ਪਰ ਕਚਕੋਲ ਪ੍ਰਸਾਦ ਦਾ ਧੂਰੋਂ ਪਤਾਲੋ ਲਈ ਕੜਾਈ, ਉਸ ਪਤਾਲ ਦੇ ਵਿੱਚੋਂ ਜਿੱਥੇ ਜਿੱਥੇ ਸਤਸੰਗ ਹੋ ਰਿਹਾ ਸੀ ਉੱਥੇ ਇੱਕ ਕਟੋਰਾ ਲੋਟਾ ਭਰ ਕੇ ਪ੍ਰਸ਼ਾਦ ਦਾ ਲੈ ਕੇ ਆਇਆ। ਜਾਹਰ ਕਲਾ ਨਾ ਛਪੇ ਛਪਾਈ, ਉਸ ਵਾਹਿਗੁਰੂ ਗੁਰੂ ਨਾਨਕ ਪਾਤਸ਼ਾਹ ਦੀ ਫਿਰ ਕਲਾ ਨੂੰ, ਸ਼ਕਤੀ ਨੂੰ, ਕਰਾਮਾਤ ਨੂੰ ਛਿਪੀ ਨਹੀਂ, ਫਿਰ ਉਸ ਸਾਰੇ ਸੰਸਾਰ ਵਿੱਚ ਪ੍ਰਗਟ ਹੋ ਗਈ। ਜਿਹੜਾ ਦਸਤਗੀਰ ਗੁੱਸੇ ਵਿੱਚ ਸੀ, ਜਿਹੜਾ ਕਹਿੰਦਾ ਸੀ ਸਾਡੇ ਮੁਹੰਮਦ ਸਾਹਿਬ ਦੀ ਤੁਸੀਂ ਬੜੀ ਉਸ ਨੂੰ ਨਿਰਾਦਰ ਕੀਤਾ ਹੈ, ਗੁਰੂ ਨਾਨਕ ਪਾਤਸ਼ਾਹ ਨੇ ਉਸ ਨੂੰ ਬਚਨਾਂ ਰਾਹੀਂ ਸਮਝਾ ਦਿੱਤਾ ਤੇ ਉਹ ਵੀ ਦਸਤਗੀਰ ਵੀ ਮਹਾਰਾਜ ਦੇ ਚਰਨਾਂ ਤੇ ਗਿਰ ਪਿਆ। ਉੱਥੇ ਦੀ ਜਿਹੜੀ ਵੀ ਸੰਗਤ ਸੀ, ਜਿੰਨੀ ਵੀ ਖਲਕਤ ਉੱਥੇ ਬੈਠੀ ਸੀ, ਸਾਰੀ ਗੁਰੂ ਨਾਨਕ ਨੂੰ ਧੰਨ ਗੁਰੂ ਨਾਨਕ ਤੇਰੀ ਵੱਡੀ ਵਡਿਆਈ ਇਹ ਗੁਣ ਗਾਉਂਦੇ ਰਹੇ। ਤਾਂ ਗੁਰੂ ਮਹਾਰਾਜ ਕਹਿੰਦੇ ਨੇ ਪਤਾਲ ਤੇ ਆਕਾਸ਼ ਲੱਖਾਂ ਨਹੀਂ ਨੇ, ਇਹ ਗੁਰੂ ਨਾਨਕ ਨੇ ਨਹੀਂ ਕਿਹਾ, ਉਹ ਤੇ ਬੇਅੰਤ ਨੇ। ਇਹ ਤੇ ਦੂਜੇ ਧਰਮਾਂ ਦੇ ਲੋਕ ਕਹਿੰਦੇ ਨੇ ਪਤਾਲ ਲੱਖ ਨੇ, ਆਕਾਸ਼ ਲੱਖ ਨੇ। ਮਹਾਰਾਜ ਕਹਿੰਦੇ ਨਹੀਂ, ਓੜਕ ਓੜਕ ਪਾਲ ਥਕੇ ਵੇਦ ਕਹਿਨ ਇੱਕ ਬਾਤ। ਇਹ ਸਾਰੇ ਜਿੰਨੇ ਵੀ ਨੇ ਉਸ ਦਾ ਅੰਤ ਪਾਉਣ ਵਾਸਤੇ ਹਾਰ ਕੇ ਥੱਕ ਗਏ ਨੇ। ਜਿੰਨੇ ਵੀ ਵੇਦਾਂ ਵਿੱਚ ਪੜੋ ਕੋਈ ਵੀ ਦੱਸ ਨਹੀਂ ਪਾਇਆ। ਮਹਾਰਾਜ ਕਹਿੰਦੇ ਨੇ ਜਿੰਨਾ ਮਰਜ਼ੀ ਕਰ ਲੋ, ਉਸ ਪਰਮਾਤਮਾ ਨੂੰ ਕੋਈ ਦੱਸ ਨਹੀਂ ਸਕਦਾ। ਭਾਵੇਂ ਅਸੀਂ ਸਾਰੇ ਮਿਲ ਜਾਈਏ, ਜੇ ਸਭ ਮਿਲ ਕੇ ਆਖਣ ਪਾਏ, ਵੱਡਾ ਨਾ ਹੋਵੇ ਘਾਟ ਨਾ ਜਾਏ। ਉਸ ਦੀ ਵਡਿਆਈ ਨੂੰ, ਵੱਡੇਪਨ ਨੂੰ ਅਸੀਂ ਦੱਸ ਨਹੀਂ ਪਾਵਾਂਗੇ ਕਿੰਨਾ ਵੱਡਾ ਹੈ ਪਰਮਾਤਮਾ। ਤੇ ਮਹਾਰਾਜ ਕਹਿੰਦੇ ਨੇ ਉਹ ਬੇਅੰਤ ਕਹਿਣਾ ਹੀ ਸਾਨੂੰ ਹਾਲਾਂਕਿ ਬੇਅੰਤ ਅੱਖਰ ਵੀ ਮਹਾਰਾਜ ਕਹਿੰਦੇ ਨੇ ਮੈਨੂੰ ਲੱਗਦਾ ਹੈ ਛੋਟਾ ਹੈ, ਕਿਉਂਕਿ ਪਰਮਾਤਮਾ ਵਾਸਤੇ ਇੱਕ ਸ਼ਬਦ ਆਉਂਦਾ ਨਾ, ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਕਈ ਕੋਟ ਮੇਰੀ ਆਰਜਾ ਪਵਨ ਪੀਣ ਅਪਿਆਓ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਮੇਰੀ ਕਰੋੜਾਂ ਸਾਲ ਆਰਜਾ ਹੋ ਜਾਏ, ਉਮਰ ਹੋ ਜਾਏ, ਆਰਬਲਾ ਹੋ ਜਾਏ, ਤੇ ਮੈਂ ਹਵਾ ਪਾਣੀ ਲੈ ਕੇ ਇਸ ਨੂੰ ਬਦਲ ਕੇ ਆਪਣੇ ਜੀਵਨ ਨੂੰ ਬਤੀਤ ਕਰਦਾ ਰਵਾਂ। ਭਾਵ ਕਿ ਮੈਂ ਕਰੋੜਾਂ ਸਾਲ ਮੇਰੀ ਉਮਰ ਹੋਏ ਤੇ ਮੈਂ ਬੰਦਗੀ ਕਰਦਾ ਹੋਵਾਂ। ਬੰਦਗੀ ਵੀ ਚੰਦ ਸੂਰਜ ਦੋਏ ਗੁਫੇ ਨਾ ਦੇਖਾਂ, ਮੈਂ ਗੁਫਾ ਦੇ ਵਿੱਚ ਬਹਿ ਕੇ ਚੰਦ ਤੇ ਸੂਰਜ ਤੱਕ ਨਾ ਮੈਂ ਦੇਖਦਾ ਹੋਵਾਂ। ਭਾਵ ਮੈਂ ਸਮਾਧੀ ਵਿੱਚ ਲੀਨ ਹੋਵਾਂ। ਸੁਪਨੇ ਸੋਣ ਨਾ ਥਾਉ। ਮਹਾਰਾਜ ਕਹਿੰਦੇ ਨੇ ਪੀ ਤੇਰੀ ਕੀਮਤ ਨਾ ਪਵੈ ਹੋ ਕੇਵੜ ਆਖਾਂ ਨਾਉ। ਕਹਿੰਦੇ ਨੇ ਮੈਂ ਫਿਰ ਵੀ ਤੇਰੀ ਉਸਤਤ ਨੂੰ ਮੈਂ ਲਿਖ ਨਹੀਂ ਸਕਦਾ। ਵੱਡੀ ਹੂੰ ਵੱਡਾ ਪਾਰ ਤੇਰਾ ਮਰਤਬਾ, ਰੰਗ ਪਰੰਗ ਅਨੇਕ ਨਾ ਜਾਪਨ ਕਰਤਬਾ। ਪਰਮਾਤਮਾ ਤੇਰੀ ਵਡਿਆਈ ਨੂੰ ਮੈਂ ਨਹੀਂ ਦੱਸ ਸਕਦਾ। ਇਸ ਰਸਨਾ ਤੋਂ ਭਾਵੇਂ ਮੈਨੂੰ ਕਰੋੜਾਂ ਸਾਲ ਉਮਰ ਮੇਰੀ ਵੱਧ ਵੀ ਜਾਏ ਔਰ ਮੈਂ ਇੱਕ ਲੀਨ ਹੋ ਕੇ ਸਮਾਧੀ ਦੇ ਵਿੱਚ ਬਹਿ ਜਾਵਾਂ ਪਰਮਾਤਮਾ, ਪਰ ਫਿਰ ਵੀ ਤੇਰਾ ਮੈਂ ਅੰਤ ਨਹੀਂ ਪਾ ਸਕਦਾ। ਤਾਂ ਮਹਾਰਾਜ ਕੁਝ ਦੂਜੇ ਧਰਮਾਂ ਦੇ ਖਿਆਲ ਨੂੰ ਨਾਲ ਮਿਲਾ ਕੇ, ਜਿਸ ਤਰ੍ਹਾਂ ਅਸੀਂ ਪਿੱਛੇ ਪੜ੍ਹਿਆ ਵੇਲ ਨਾ ਪਾਈਆਂ ਪੰਡਤੀ ਜੇ ਹੋਵੇ ਲੇਖ ਪੁਰਾਣ, ਵਕਤ ਨਾ ਪਾਇਓ ਕਾਦੀਆਂ ਜੇ ਲਿਖਣ ਲੇ ਕੁਰਾਨ। ਕਿਸੇ ਨੇ ਵੀ ਪਰਮਾਤਮਾ ਦਾ ਮਹਾਰਾਜ ਦੂਜੇ ਧਰਮਾਂ ਦਾ ਨਾਲ ਦੱਸ ਕੇ ਤੇ ਸਾਨੂੰ ਜਿਹੜੀ ਗੱਲ ਸਮਝਾਉਣਾ ਚਾਹੁੰਦੇ ਨੇ ਉਹ ਕੀ ਹੈ। ਮਹਾਰਾਜ ਕਹਿੰਦੇ ਨੇ ਸਹਿਸ 18 ਕਹਿਨ ਕਤੇਬਾਂ ਅਸਲੂ ਇੱਕ ਧਾਤ ਸਹਿਸ। ਇਹ 100 ਵਾਸਤੇ ਵੀ ਆਉਂਦਾ ਹੈ, 1000 ਵਾਸਤੇ ਵੀ ਆਉਂਦਾ ਹੈ। ਸਹਿਸ ਖਟੇ ਲਾ ਕੋਟ ਤਾਵੇ, ਇੱਥੇ ਆਇਆ 1000 ਵਾਸਤੇ। ਸਹਿਸ 1000, 18,000। ਦੁਨੀਆ ਦੇ ਅੰਦਰ ਇਹ ਜਿਤਨੇ ਵੀ ਕ੍ਰਿਸਚਨ ਲੋਕ ਨੇ, ਯਹੂਦੀ ਨੇ, ਪਾਰਸੀ ਨੇ, ਇਸਲਾਮ ਧਰਮ ਨੇ, ਇਹ ਕਹਿੰਦੇ ਨੇ 18,000 ਆਲਮ ਨੇ, ਮਤਲਬ ਕਿ ਜੀਵ ਜੰਤੂ 18,000 ਤਰ੍ਹਾਂ ਦੇ ਨੇ। ਇਹ ਉਹਨਾਂ ਦਾ ਖਿਆਲ ਹੈ। ਇਹ ਮਹਾਰਾਜ ਨੇ ਕੋਈ ਗਿਣਤੀ ਮਹਾਰਾਜ ਨਹੀਂ ਦੱਸ ਰਹੇ, ਇਹ ਉਹਨਾਂ ਦੀ ਗੱਲ ਕਰਕੇ ਫਿਰ ਆਪਣੇ ਗੱਲ ਨੂੰ ਕਲੀਅਰ ਕਰਨਗੇ। ਸਹਿਸ 18 ਕਹਿਨ ਕਤੇਬਾਂ ਅਸਲੂ ਇੱਕ ਧਾਤ। ਕਤੇਬ ਉਹਨਾਂ ਦੇ ਜਿੰਨੇ ਵੀ ਗ੍ਰੰਥ ਨੇ, ਕਤੇਬ ਨੇ ਸਾਰੇ, ਉਹ 18,000 ਦੱਸਦੇ ਨੇ, ਪਰ ਕਹਿੰਦੇ ਨੇ ਇਹਦਾ ਅਸਲੂ ਜਿਹੜਾ ਮੁੱਢ ਹੈ ਨਾ, ਅਸਲ ਵਿੱਚ ਇੱਕ ਧਾਤ ਉਹ ਪਰਮਾਤਮਾ ਨੇ ਹੀ ਪੈਦਾ ਕੀਤੇ ਨੇ। ਆਖਿਰ ਹਾਰ ਗਏ ਜਦੋਂ ਪਰਮਾਤਮਾ ਦਾ ਅੰਤ ਲੱਭਣ ਕੋਈ ਜਾਂਦਾ ਹੈ ਨਾ। ਦੇਖੋ ਸਾਨੂੰ ਸਾਧ ਸੰਗਤ ਗੁਰੂ ਨਾਨਕ ਪਾਤਸ਼ਾਹ ਨੇ ਦੱਸਿਆ ਤੇਰੀ ਆਰਬਲਾ ਘੱਟ ਹੈ, ਤੂੰ ਇਸ ਬੰਨੇ ਨਾ ਟੁਰ, ਇਹ ਤੇਰਾ ਵਿਸ਼ਾ ਨਹੀਂ ਹੈ।
ਰੱਬ ਨੂੰ ਅੰਤ ਪਾਉਣ ਵਾਸਤੇ। ਕੋਈ ਪੁੱਤਰ ਪਿਓ ਦਾ ਜਨਮ ਦੱਸ ਸਕਦਾ ਹੈ? ਗੱਲ ਹੀ ਮੁੱਕ ਗਈ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਪਿਤਾ ਕਾ ਜਨਮ ਕੇ ਜਾਣੇ ਪੂਤ। ਤੇ ਇਸ ਕਰਕੇ ਤੇਰਾ ਵਿਸ਼ਾ ਨਹੀਂ ਹੈ ਰੱਬ ਕਿੰਨਾ ਵੱਡਾ ਹੈ, ਕੀ ਕਰਦਾ ਹੈ, ਨਹੀਂ। ਰੱਬ ਜਿੰਨਾ ਵੱਡਾ ਹੈ ਤੂੰ ਉਹਦੀਆਂ ਵਡਿਆਈਆਂ ਕਰ। ਤਾਂ ਮਹਾਰਾਜ ਕਹਿੰਦੇ ਨੇ ਉਹ 18,000 ਆਲਮ ਵੀ ਸਾਰੇ ਉਹ ਕਹਿ ਰਹੇ ਨੇ ਕਿ ਇੱਕ ਮੁੱਢ ਦਾ ਜਿਹੜਾ ਉਹ ਪਰਮਾਤਮਾ ਹੀ ਹੈ। ਅੱਗੋਂ ਮਹਾਰਾਜ ਕਹਿੰਦੇ ਨੇ ਲੇਖਾ ਹੋਏ ਤਾਂ ਲਿਖੀਐ, ਲੇਖੇ ਹੋਏ ਵਿਨਾਸ਼। ਕਹਿੰਦੇ ਜੇ ਕੋਈ ਪਰਮਾਤਮਾ ਦਾ ਲੇਖਾ ਹੋਵੇ ਤੇ ਲਿਖੀਏ ਨਾ ਅਸੀਂ। ਦੇਖੋ ਸਾਡੇ ਲੇਖੇ ਲਿਖੇ ਜਾਣਗੇ, ਪਰਮਾਤਮਾ ਦਾ ਲੇਖਾ ਨਹੀਂ ਲਿਖਿਆ ਜਾ ਸਕਦਾ। ਇੱਕ ਨਾ ਦੁਨੀਆ ਵਿੱਚ 3 ਤਰੀਕੇ ਨੇ, ਮੈਂ ਸੋਚਣਾ 3 ਤੋਂ ਵੱਧ ਹੈ ਹੀ ਨਹੀਂ। ਕਿਸੇ ਦੀ ਮਾਪਦੰਡ ਕਰਨਾ ਹੋਵੇ ਨਾ, ਕਿਸੇ ਦੀ ਵੈਲਿਊ ਲਾਣੀ ਹੋਵੇ ਤੇ 3 ਤਰੀਕਿਆਂ ਨਾਲ ਲੱਗਦੀ ਜੇ। ਇੱਕ ਨਾਪ ਕੇ, ਇੱਕ ਤੋਲ ਕੇ, ਇੱਕ ਗਿਣ ਕੇ। ਤੁਸੀਂ ਸੰਸਾਰ ਵੀ ਕੋਈ ਚੀਜ਼ ਲੈਣੀ ਹੈ, ਜਿੱਥੋਂ ਤੱਕ ਮੈਂ ਸੋਚਣਾ ਕਿ ਇਹ 3 ਚੀਜ਼ਾਂ ਹੀ ਨੇ। ਬਈ ਕੋਈ ਚੀਜ਼ ਲੈਣੀ ਹੈ, ਉਹ ਕਹਿੰਦਾ ਵੀ ਕੱਪੜਾ ਲੈਣਾ ਉਹ ਨਾਪ ਕੇ ਮਿਲੇਗਾ, ਲੋਹਾ ਵਗੈਰਾ ਲੈਣਾ ਤੋਲ ਕੇ ਮਿਲੇਗਾ। ਕੋਈ ਚੀਜ਼, ਕੋਈ ਵੀ ਹੋਰ ਚੀਜ਼ ਲੈਣੀ ਹੈ ਉਹ ਗਿਣ ਕੇ ਮਿਲਦੀ ਹੈ, ਹੈ ਨਾ। 3 ਹੀ ਚੀਜ਼ਾਂ ਨੇ। ਪਰ ਰੱਬ ਨਾ ਤੋਲ ਕੇ ਮਿਲਦਾ ਹੈ, ਨਾ ਗਿਣ ਕੇ ਮਿਲਦਾ ਹੈ, ਨਾ ਨਾਪ ਕੇ ਮਿਲਦਾ ਹੈ। ਕਿਉਂ? ਉਹ ਅਮੁੱਲ ਹੈ। ਹਰ ਆਪ, ਉਹਨੇ ਪੜ੍ਹਿਆ ਨਾ, ਹਰ ਆਪ ਅਮੁੱਲਕ ਹੈ, ਮੁੱਲ ਨਾ ਪਾਇਆ ਜਾਏ। ਪਰਮਾਤਮਾ ਦਾ ਮੁੱਲ ਨਹੀਂ ਪਾਇਆ ਜਾ ਸਕਦਾ। ਦੇਖੋ ਕਿਸੇ ਚੀਜ਼ ਦਾ ਮੁੱਲ ਪੈ ਗਿਆ ਤੇ ਉਹਦੀ ਲਿਮਟ ਹੋ ਗਈ। ਹੁਣ ਕੋਈ ਚੀਜ਼ ਬਾਜ਼ਾਰ ਲੈਣ ਗਏ, ਅਸੀਂ ਕਹਿ ਦੇ ਬਈ, ਉਹ ਕਹਿੰਦਾ 20 ਰੁਪਏ ਕਿਲੋ ਹੈ, ਅਸੀਂ ਕਿਹਾ 5 ਕਿਲੋ ਦੇ ਦੇ, ਅਸੀਂ 100 ਦੇ ਕੇ ਉਹਦਾ ਮੁੱਲ ਲੈ ਲਿਆ, ਉਹਦੀ ਵੈਲਿਊ ਪੈ ਗਈ 100 ਰੁਪਏ। ਕੱਪੜਾ 10 ਮੀਟਰ ਲੈਣ ਗਏ, 100 ਰੁਪਏ ਮੀਟਰ ਹੈ, ਅਸੀਂ 1000 ਰੁਪਇਆ ਹੋ ਗਿਆ, ਮੁੱਲ ਪੈ ਗਿਆ ਬਈ ਇਹ ਕੱਪੜੇ ਦਾ ਇੰਨਾ ਮੁੱਲ ਹੈ। ਪਰ ਰੱਬ ਐਸਾ ਹੈ, ਰੱਬ ਦਾ ਮੁੱਲ ਨਹੀਂ ਪੈ ਸਕਦਾ। ਉਹ ਤੇ ਅਮੁੱਲ ਗੁਣ, ਅਮੁੱਲ ਵਾਪਾਰ, ਅਮੁੱਲ ਵਾਪਾਰੀਏ, ਅਮੁੱਲ ਭੰਡਾਰ, ਉਹ ਅਮੁੱਲ ਹੀ ਰਹੇਗਾ। ਅਮੁੱਲ ਤੋਂ ਭਾਵ ਜਿਹਦਾ ਮੁੱਲ ਨਾ ਹੋਵੇ, ਜਿਹਦਾ ਮੁੱਲ ਨਾ ਪੈ ਸਕੇ, ਉਹ ਅਮੋਲਕ ਹੈ। ਹਰ ਆਪ ਅਮੁੱਲਕ ਹੈ, ਮੁੱਲ ਨਾ ਪਾਇਆ ਜਾਏ, ਮੁੱਲ ਨਾ ਪਾਇਆ ਜਾਏ। ਕਿਸੇ ਵਿਟੋ ਰਹੇ ਲੋਕ ਵਿਲਾਏ, ਲੋਕ ਜਿੰਨੇ ਮਰਜ਼ੀ ਕਹਿ ਕੇ ਨੇ, ਪਰ ਕੋਈ ਉਸ ਪਰਮਾਤਮਾ ਦਾ ਮੁੱਲ ਨਹੀਂ ਪਾ ਸਕਿਆ। ਤੇ ਲੇਖਾ ਉਹਦਾ ਹੁੰਦਾ ਹੈ, ਜੇ ਲੇਖਾ ਹੀ ਹੋ ਗਿਆ ਤੇ ਫਿਰ ਉਹਦਾ ਵਿਨਾਸ਼ ਵੀ ਹੋਏਗਾ। ਅਸੀਂ ਤੁਸੀਂ ਲੇਖੇ ਵਿੱਚ ਆ, ਤਾਂ ਹੀ ਅਰਦਾਸਾਂ ਬੇਨਤੀ ਕਰੀਦੀਆਂ ਨੇ ਨਾ। ਇੱਕ ਸਾਡੇ ਮਨ ਦਾ ਖਿਆਲ ਹੁੰਦਾ ਕਰੀ ਜਾਓ ਮਾੜੇ ਕੰਮ, ਅਖੀਰ ਵੀ ਤੇ ਬਾਬੇ ਨੂੰ 11 ਰੁਪਏ 21 ਰੁਪਏ 100 ਰੁਪਏ ਦਾ ਪ੍ਰਸ਼ਾਦ ਚੜਾ ਕੇ ਅਰਦਾਸ ਬਾਬਾ ਜੀ ਕੋਲ ਕਰਵਾ ਦਾਂਗੇ, ਲੇਖੇ ਕਤੇ ਨਾ ਛੂਟੀਏ, ਖਿਨ ਖਿਨ ਭੁੱਲਣ ਹਾਰ ਬਖਸ਼ਣ ਹਾਰ ਬਖਸ਼ ਲੈ। ਕਰਨੇ ਆ ਨਾ ਅਸੀਂ। ਉਹ ਕਹਿੰਦਾ ਕਰੀ ਜਾਓ। ਸਾਡਾ ਬਾਬਾ ਬੜਾ ਨਰਮ ਦਿਲ ਦਾ ਤੇ ਕਰਨਾ ਕੀ, ਉਹਨੂੰ ਇੱਕ ਰੁਮਾਲਾ ਹੀ ਚੜਾਉਣਾ ਨਾ, ਇੱਕ ਚੰਦੋਆ ਹੀ ਚੜਾਉਣਾ ਹੈ ਨਾ, ਤੇ ਜਾ ਕੇ 2 ਅਥਰੂ ਹੀ ਵਹਾਣੇ ਨੇ ਨਾ, ਤੇ ਸਾਰੀ ਉਮਰ ਕਰੀ ਜਾਓ ਕੰਮ। ਤੇ ਅਸੀਂ ਕੀ ਉਹਦੇ ਅੱਗੇ ਅਰਦਾਸ ਕਰਨੀ ਹੈ? ਬਾਬਾ ਜੀ ਬਸ ਲੇਖੇ ਕਤੇ ਨਾ ਛੂਟੀਏ, ਖਿਨ ਖਿਨ ਭੁੱਲਣ ਹਾਰ। ਮਹਾਰਾਜ ਕਹਿੰਦੇ ਨੇ ਇਸ ਤਰ੍ਹਾਂ ਕੰਮ ਨਹੀਂ ਹੋਏਗਾ। ਅਸੀਂ ਜਿੰਨੇ ਵੀ ਆ ਨਾ ਸਭ ਲੇਖੇ ਦੇ ਵਿੱਚ ਆ। ਸਦ ਸੁਣਦਾ ਸਦ ਵੇਖਦਾ ਸ਼ਬਦੇ ਰਿਹਾ ਸਮਾਈ, ਉਹ ਵਿੱਚੇ ਹੀ ਸਭ ਦੇ ਵਿੱਚ ਹੈ। ਉਹ ਸਭ ਵੇਖਦਾ ਪਿਆ, ਸਭ ਸੁਣ ਰਿਹਾ ਸਾਡੀ ਗੱਲ। ਪਰ ਪਰਮਾਤਮਾ ਵੱਡੀ ਗੱਲ ਹੈ, ਉਹ ਆਪ ਲੇਖ ਤੋਂ ਪਰੇ ਵੇ, ਅਲੇਖ ਹੈ, ਅਭੇਖ ਹੈ। ਉਹਦਾ ਕੋਈ ਭੇਖ ਨਹੀਂ ਹੈ, ਉਹ ਲੇਖੇ 'ਚ ਨਹੀਂ ਹੈ। ਜੇ ਮਾਰੇ ਕਹਿੰਦੇ ਲੇਖੇ 'ਚ ਹੋਵੇਗਾ ਪਰਮਾਤਮਾ ਤੇ ਉਹਦਾ ਨਾਸ਼ ਵੀ ਹੋਏਗਾ। ਹੁਣ ਅਸੀਂ ਲੇਖੇ 'ਚ ਆ, ਸਮਾਂ ਪਾ ਕੇ ਮੈਂ ਵੀ ਨਾਸ਼ ਹੋ ਜਾਣਾ, ਤੁਸੀਂ ਵੀ ਮੈਨੂੰ ਖਿਮਾ ਕਰ ਦੇਣਾ, ਨਾਸ਼ ਹੋ ਜਾਣਾ। ਸਾਡੇ ਮਾਪਿਓ ਵੀ ਨਾਸ਼ ਹੋ ਗਏ ਨੇ, ਅਸੀਂ ਵੀ ਕਿੱਥੇ ਤੈਂਡੇ ਮਾਪਿਆ ਜਿੰਨੀ ਤੂੰ ਜਾਣਾ ਹੋਏ, ਤੈ ਪਾਸੋਂ ਲੱਦ ਕੇ ਤੂੰ ਅਜੇ ਨਾ ਪਤਿਣ ਹੋਏ। ਜਿੱਥੇ ਸਾਡੇ ਮਾਪਿਓ ਨਾਸ਼ ਹੋਏ ਨੇ, ਕਿਉਂਕਿ ਉਹ ਲੇਖੇ ਵਿੱਚ ਸੀ। ਸਾਰੀ ਧਰਤੀ ਲੇਖੇ ਵਿੱਚ ਹੈ, ਮੈਂ ਵੀ ਲੇਖੇ 'ਚ ਆ, ਤੁਸੀਂ ਵੀ ਲੇਖੇ 'ਚ ਹੋ। ਪਰ ਪਰਮਾਤਮਾ ਮਹਾਰਾਜ ਕਹਿੰਦੇ ਨੇ ਲੇਖਾ ਹੋਏ ਤਾਂ ਲਿਖੀਏ। ਉਹਦਾ ਕੋਈ ਲੇਖ ਹੋਵੇ ਤੇ ਲਿਖੀਏ ਨਾ। ਲੇਖੇ ਹੋਏ ਵਿਨਾਸ਼, ਫਿਰ ਉਹ ਵਿਨਾਸ਼ ਵੀ ਹੋਏਗਾ। ਤੋ ਇਸ ਕਰਕੇ ਫਿਰ ਸਾਡਾ ਕੀ ਫਰਜ਼ ਬਣਦਾ ਪਰਮਾਤਮਾ ਅੱਗੇ, ਅਸੀਂ ਕੀ ਕਰੀਏ? ਮਹਾਰਾਜ ਫੈਸਲਾ ਦੇ ਰਹੇ ਨੇ, ਨਾਨਕ ਵੱਡਾ ਆਖੀਏ। ਇੱਥੇ ਇਹ ਨਹੀਂ ਕਹਿਣਾ ਨਾਨਕ ਵੱਡਾ ਆਖੀਏ, ਨਹੀਂ, ਰੋਕ ਕੇ। ਨਾਨਕ ਕਿਹਨੂੰ? ਦੇਖੋ ਨਾਨਕ ਵੱਡਾ ਕਵਾਂਗੇ ਨਾ, ਨਾਨਕ ਆਪਣੇ ਆਪ ਨੂੰ ਵੱਡਾ ਕਹਿ ਰਹੇ ਨਹੀਂ। ਗੁਰਬਾਣੀ ਦਾ ਇੱਕ, ਜਦੋਂ ਤੁਸੀਂ ਵਿਸ਼ਰਾਮ ਦੇ ਕੇ ਪੜ੍ਹੋਗੇ ਨਾ ਤੇ ਬਾਣੀ ਆਪੇ ਹੀ ਸਮਝ ਆ ਜਾਏਗੀ।
ਤਾਂ ਮਹਾਰਾਜ ਕਹਿੰਦੇ ਨੇ ਫਿਰ ਜੇ ਉਹਦਾ ਲੇਖਾ ਹੀ ਨਹੀਂ ਲਿਖਿਆ ਜਾ ਸਕਦਾ, ਉਹ ਜਿਹਦਾ ਲੇਖਾ ਹੀ ਨਹੀਂ, ਉਹ ਨਾਸ਼ ਹੀ ਨਹੀਂ ਹੋਣਾ, ਤੇ ਫਿਰ ਸਾਡਾ ਕੀ ਫਰਜ਼ ਬਣਦਾ ਹੈ? ਅਸੀਂ ਗਿਣਤੀਆਂ ਵਿੱਚ ਰਹੀਏ ਪਰਮਾਤਮਾ ਕਿ ਨਹੀਂ? ਨਹੀਂ, ਮਹਾਰਾਜ ਕਹਿੰਦੇ ਨੇ ਨਾਨਕ ਰੁਕ ਕੇ, ਨਾਨਕ ਵੱਡਾ ਆਖੀਐ। ਬਾਈ ਸਾਡਾ ਫਰਜ਼ ਬਣਦਾ ਉਹਨੂੰ ਵੱਡਾ ਕਹੋ। ਇਹ ਨਹੀਂ ਕਿ ਮੈਂ ਵੱਡਾ ਕਹਾਂਗਾ ਤੇ ਉਹਨੇ ਹੋਰ ਵੱਡਾ ਹੋ ਜਾਣਾ, ਨਹੀਂ, ਉਹਨੇ ਓਨਾ ਹੀ ਰਹਿਣਾ ਹੈ। ਤੇ ਨਾ ਸਾਡੇ ਅਸੀਂ ਨਹੀਂ ਕਵਾਂਗੇ ਤੇ ਮੈਂ ਹੋਸੀ ਚੋਂ ਬਈ ਮੈਂ ਨਹੀਂ ਕਵਾਂਗਾ ਤੇ ਉਹਨੇ ਛੋਟਾ ਹੋ ਜਾਣਾ, ਨਹੀਂ, ਐਸੀ ਗੱਲ ਨਹੀਂ। ਵੱਡਾ ਨਾ ਹੋਵੇ, ਘਾਟ ਨਾ ਜਾਏ, ਨਾ ਉਹਨੇ ਵੱਡਾ ਹੋਣੇ ਨਾ ਘਟੋ। ਜੋ ਪਰਮਾਤਮਾ ਹੈ ਉਹ ਹੈ ਹੀ ਹੈ। ਸਾਡਾ ਫਰਜ਼ ਬਣਦਾ ਨਾਨਕ ਵੱਡਾ ਆਖੀਐ ਆਪੇ ਜਾਣੇ ਆਪ, ਪਰ ਉਹ ਜਾਣਦਾ ਆਪ ਹੀ ਉਹ ਕਿਤਨਾ ਵੱਡਾ ਹੈ। ਹੋਰ ਤੋਂ ਇਲਾਵਾ ਮਹਾਰਾਜ ਕਹਿੰਦੇ ਨੇ, ਮਹਾਰਾਜ ਨੇ ਫੈਸਲਾ ਹੀ ਮੁਕਾ ਦਿੱਤਾ, ਅਖੀਰ ਵਿੱਚ ਗੱਲ ਮੁਕਾ ਹੀ ਦਿੱਤੀ। ਉਹਨਾਂ ਨੇ ਕਿਹਾ ਕਦੇ ਵੀ ਗਿਣਤੀਆਂ 'ਚ ਨਾ ਜਾਓ ਕਿ ਲੱਖਾਂ ਆਕਾਸ਼ ਨੇ, ਲੱਖਾਂ ਪਤਾਲ ਨੇ, ਇਹ ਸਭ ਚੀਜ਼ਾਂ ਇੱਥੇ ਹੀ ਲੇਖੇ 'ਚ ਰਹਿ ਜਾਣੀਆਂ ਨੇ। ਜੇ ਲੱਖਾਂ ਦੀ ਗਿਣਤੀ ਆ ਗਈ ਤੇ ਲੇਖੇ 'ਚ ਹੋ ਜਾਏਗਾ। ਪਰਮਾਤਮਾ ਦੀ ਕੋਈ ਗਿਣਤੀ ਨਹੀਂ ਹੈ। ਅੱਜ ਸਾਇੰਸ ਕਹਿ ਰਹੀ ਹੈ, ਪਹਿਲਾਂ ਤੇ ਮੰਨਦੀ ਨਹੀਂ ਸੀ ਕਿ ਇਹ ਬਸ ਇੱਕ ਆਕਾਸ਼ ਇੱਕ ਪਤਾਲ ਹੈ, ਪਰ ਜਿਉਂ-ਜਿਉਂ ਪਤਾਲਾਂ ਦੇ ਵਿੱਚ ਜਾ ਰਹੇ ਨੇ, ਅੱਜ ਗੁਰੂ ਨਾਨਕ ਪਾਤਸ਼ਾਹ ਨੇ 550 ਸਾਲ ਪਹਿਲਾਂ ਹੀ ਇਹ ਸਾਨੂੰ ਵਿਗਿਆਨ ਐਸਾ ਗਿਆਨ ਦੇ ਦਿੱਤਾ ਹੈ ਕਿ ਜਿਹੜੇ ਸਾਇੰਟਿਸਟ ਕੱਲ੍ਹ ਦੇ ਜੰਮੇ ਉਹ ਮਹਾਰਾਜ ਦੀ ਅੱਜ ਇਸ ਬਾਣੀ ਨੂੰ ਪੜ੍ਹਦੇ ਨੇ ਤੇ ਉਹ ਕਹਿੰਦੇ ਨੇ 550 ਸਾਲ ਪਹਿਲੇ ਵੀ ਗੁਰੂ ਨਾਨਕ ਪਾਤਸ਼ਾਹ ਨੇ ਇੱਕ ਇੱਕ ਅੱਖਰ ਆਦਿ ਕਾਲ ਸਤ ਲਿਖ ਦਿੱਤਾ ਹੈ ਕਿ ਹੇ ਪਰਮਾਤਮਾ, ਪਤਾ ਨਹੀਂ ਕਿੰਨੀਆਂ ਹੀ ਧਰਤੀਆਂ ਨੇ, ਸਾਡੇ ਵਰਗੇ ਕਿੰਨੇ ਹੀ ਜੀਵ ਨੇ, ਕਿੰਨੇ ਹੀ ਆਕਾਸ਼ ਨੇ, ਕਿੰਨੇ ਹੀ ਪਤਾਲ ਨੇ। ਮਹਾਰਾਜ ਕਹਿੰਦੇ ਜੇ ਮੈਨੂੰ ਅਸੰਖ ਵੀ, ਮੈਂ ਹੁਣੇ ਕਿਹਾ ਨਾ, ਜੇ ਉਹ ਮੈਨੂੰ ਅਸੰਖ ਵੀ ਕਹਿਣਾ ਤੇ ਮਹਾਰਾਜ ਕਹਿੰਦੇ ਨੇ ਮੈਨੂੰ ਲੱਗਦਾ ਹੈ ਹੇ ਪਰਮਾਤਮਾ, ਪਰ ਮੈਂ ਕੁਝ ਕਹਿਣ ਵਾਸਤੇ ਮੈਨੂੰ ਕਹਿਣਾ ਤੇ ਪਏਗਾ ਨਾ। ਹੁਣ ਇੱਕ ਬੰਦਾ ਬਹੁਤ ਸੋਹਣਾ ਹੋਵੇ ਤੇ ਮੈਂ ਕਹਾਂਗਾ ਤੁਸੀਂ ਬਹੁਤ ਸੋਹਣੇ ਹੋ, ਮੈਨੂੰ ਬਹੁਤ ਅੱਖਰ ਤੇ ਲਾਣਾ ਹੀ ਪਏਗਾ ਨਾ। ਮਹਾਰਾਜ ਕਹਿੰਦੇ ਨੇ ਇਸ ਕਰਕੇ ਮੈਂ ਅਸੰਖ ਕਹਿ ਕੇ ਵੀ ਆਪਣੇ ਤੇ ਭਾਰ ਚੜਾ ਰਿਹਾ। ਨਿਮਰਤਾ ਦੇਖੋ, ਅਸੰਖ ਹੈ ਸਿਰ ਭਾਰ ਹੋਏ। ਮੈਂ ਅਸੰਖ ਅੱਖਰ ਤੇਰੇ ਵਾਸਤੇ ਪਰਮਾਤਮਾ ਯੂਜ਼ ਕੀਤਾ ਹੈ, ਪਰ ਉਹ ਵੀ ਮੈਨੂੰ ਲੱਗ ਰਿਹਾ ਮੈਂ ਆਪਣੇ ਸਿਰ ਭਾਰ ਚੜਾ ਲਿਆ, ਕਿਉਂਕਿ ਤੈਨੂੰ ਮੈਂ ਇੱਕ ਸੰਗਿਆ ਦੇ ਦਿੱਤੀ ਹੈ ਅਸੰਖ ਦੀ। ਪਰ ਪਰਮਾਤਮਾ ਤੂੰ ਤੇ ਬੇਅੰਤ ਹੀ ਹੈ, ਤੂੰ ਬੇਅੰਤ ਕੋ ਵਿਰਲਾ ਜਾਣੇ। ਤੁਮਾਰੇ ਕਹਿੰਦੇ ਨਾਨਕ ਵੱਡਾ ਆਖੀਐ। ਇਸ ਕਰਕੇ ਅਸੀਂ ਉਸ ਰੱਬ ਨੂੰ ਵੱਡਾ ਆਖਣਾ ਬਣਦਾ ਹੈ ਸਾਡਾ। ਦੇਖੋ ਕੋਈ ਕੰਮ ਚੰਗਾ ਕਰੇ ਤੁਹਾਡੇ ਘਰ ਦੇ ਵਿੱਚ, ਕੋਈ ਸੰਸਾਰ ਵਿੱਚ ਕੰਮ ਚੰਗਾ ਕਰਦਾ ਹੈ ਤੇ ਲੋਕੀ ਅਸੀਂ ਕਹਿੰਦੇ ਬਹੁਤ ਵਧੀਆ ਆਦਮੀ ਹੈ, ਬਹੁਤ ਬੜਾ ਅੱਛਾ ਕੰਮ ਕੀਤਾ ਹੈ। ਪਰ ਜਦ ਪਰਮਾਤਮਾ ਵੱਲ ਵੇਖੀਦਾ ਸਾਰਾ ਕੁਝ ਹੀ ਪਰਮਾਤਮਾ ਨੇ ਕੀਤਾ ਹੈ ਤੇ ਫਿਰ ਸਾਡਾ ਕੀ ਫਰਜ਼ ਬਣਦਾ ਹੈ? ਨਾਨਕ ਵੱਡਾ ਆਖੀਐ ਆਪੇ ਜਾਣੇ ਆਪ। ਹੇ ਪਰਮਾਤਮਾ, ਤੂੰ ਆਪ ਜੋ ਹੈ ਉਹ ਆਪ ਹੀ ਜਾਣਦਾ ਹੈ ਤੂੰ ਕਿਤਨਾ ਵੱਡਾ ਹੈ। ਅਸੀਂ ਤੇ ਬਸ ਇਤਨਾ ਹੀ ਕਹਿ ਸਕਨੇ ਆ ਕਿ ਤੇਰੇ ਕਵਣ ਕਵਣ ਗੁਣ ਕਹਿ ਕੇ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਬਰਨ ਨਾ ਸਾਕੂ, ਤੂੰ ਠਾਕੁਰ ਉੱਚ ਭਗਵਾਨਾ। ਅਸੀਂ ਤੇਰੀ ਮਹਿਮਾ ਨੂੰ ਦੱਸ ਨਹੀਂ ਸਕਦੇ, ਤੇਰੇ ਕਵਣ ਕਵਣ ਗੁਣ ਕਹਿ ਕੇ ਗਾਵਾਂ। ਬਸ ਮੈਂ ਤੇ ਕਹਿ ਕੇ ਕੀ ਗਾ ਸਕਣਾ ਬਸ। ਹੇ ਪਰਮਾਤਮਾ ਤੂੰ ਕਮਾਲ ਦਾ ਹੈ, ਤੇਰੀ ਮਹਿਮਾ ਦੱਸੀ ਨਹੀਂ ਜਾ ਸਕਦੀ, ਤੂੰ ਬੇਅੰਤ ਹੈ। ਤੇਰੇ ਵਾਸਤੇ ਅਸੀਂ ਅੱਖਰ ਯੂਜ਼ ਕਰ ਸਕਨੇ ਆ, ਪਰ ਤੇਰੀ ਜਿਹੜੀ ਅੰਤ ਹੈ ਉਹ ਅਸੀਂ ਨਹੀਂ ਦੱਸ ਸਕਦੇ। ਉਹ ਤੂੰ ਜਿਹਦੇ ਉੱਤੇ ਮਿਹਰ ਕਰਦਾ ਹੈ ਤੂੰ ਉਹਨੂੰ ਇਹ ਸੋਝੀ ਦੇ ਦੇਣਾ ਹੈ। ਤਾਂ ਗੁਰੂ ਨਾਨਕ ਪਾਤਸ਼ਾਹ ਨੇ ਇਸ ਪੌੜੀ ਦੇ ਵਿੱਚ ਸਚਿਆਰ ਬਣਾਉਣ ਵਾਸਤੇ ਇੱਕ ਹੋਰ ਭਰਮ ਸਾਡਾ ਇਸ ਪੌੜੀ ਚੋਂ ਕੱਢਿਆ ਹੈ ਕਿ ਪਰਮਾਤਮਾ ਦੇ ਵਾਸਤੇ ਕੋਈ ਗਿਣਤੀ ਮਿੰਤੀ ਲਾ ਕੇ ਅਸੀਂ ਉਸ ਨੂੰ ਤੋਲਣ ਦਾ ਯਤਨ, ਨਾਪਣ ਦਾ ਜਾਂ ਗਿਣਨ ਦਾ ਯਤਨ ਨਾ ਕਰੀਏ। ਪਰਮਾਤਮਾ ਸਦਾ ਬੇਅੰਤ ਹੈ, ਉਹ ਬੇਅੰਤ ਹੈ। ਕੋਈ ਵੱਡਾ ਹੋਵੇ ਨਾ ਘਰ 'ਚ, ਉਹਨੂੰ ਅਸੀਂ ਵੱਡਾ ਹੀ ਰਹਿੰਦੀ ਹੈ ਤੇ ਚੰਗਾ ਹੈ। ਸਾਡਾ ਫਰਜ਼ ਹੈ ਕਿ ਅਸੀਂ ਪਿਓ ਨਾ ਬਣੀਏ, ਅਸੀਂ ਪੁੱਤਰ ਹਾਂ ਤੇ ਪੁੱਤਰ ਬਣ ਕੇ ਹੀ ਰਹੀਏ, ਕਿਉਂਕਿ ਹਮ ਮਾਤ ਪਿਤਾ, ਤੂੰ ਮਾਂ ਪਿਤਾ ਹਮ ਬਾਰਕ ਤੇਰੇ। ਅਸੀਂ ਤੇਰੇ ਪੁੱਤਰ ਹਾਂ, ਤੂੰ ਸਾਡਾ ਮਾਤ ਪਿਤਾ ਹੈ। ਏਕ ਪਿਤਾ ਏਕਸ ਕੇ ਹਮ ਬਾਰਕ, ਇੱਕੋ ਹੀ ਤੂੰ ਸਾਡਾ ਪਿਓ ਹੈ ਤੇ ਅਸੀਂ ਤੈਨੂੰ ਹਮੇਸ਼ਾ ਤੇਰੇ ਗੁਣ ਗਾਈਏ। ਇਤਨੀ ਕੁ ਸੇਵਾ ਪ੍ਰਵਾਨ ਕਰਨੀ। ਬੇਅੰਤ ਭੁੱਲਾਂ ਗਲਤੀਆਂ ਹੋਈਆਂ ਨੇ ਉਹ ਦਾਸ ਦੀਆਂ ਨੇ। ਸਾਰੀ ਸੰਗਤ ਦਾ ਧੰਨਵਾਦ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਧੰਨਵਾਦ। ਸਵਾਸ ਮਹਾਰਾਜ ਅੱਗੋਂ ਬਖਸ਼ਣ। ਅਗਲੀ ਪੌੜੀ ਦੀ ਵਿਚਾਰ ਇੱਕ ਹੋਰ ਖਿਆਲ ਗੁਰੂ ਸਾਹਿਬ ਸਾਨੂੰ ਦੇਣਗੇ, ਅਸੀਂ ਉਹ ਸਰਵਨ ਕਰਾਂਗੇ। ਸਭ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।